ਹੈਲੋ एवरीवन ਗਿਲਸ ਮੈਂਟੋਰ ਈ-ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਤੋਂ ਆਪਾਂ PSSB ਕਲਰਕ ਅਕਾਊਂਟਸ ਦੀ ਸੀਰੀਜ਼ ਸਟਾਰਟ ਕਰਾਂਗੇ। ਤਾਂ ਜਿਵੇਂ ਆਪਾਂ ਨੇ ਪਟਵਾਰੀ ਦਾ ਅਕਾਊਂਟਸ ਪੜ੍ਹਿਆ ਸੀ ਇਸੇ ਤਰੀਕੇ ਨਾਲ ਆਪਾਂ ਇਹ ਵੀ ਪੜਾਂਗੇ। ਉਸ ਵਿੱਚ ਚਲੋ ਸਿਲੇਬਸ ਦਾ ਪਾਰਟ ਤਾਂ ਨਹੀਂ ਰਿਹਾ ਬਟ ਆਪਾਂ ਨੇ ਬਹੁਤ ਅੱਛਾ ਕਵਰ ਕੀਤਾ ਸੀ। ਤੁਹਾਨੂੰ ਪਤਾ ਵੀ ਹੋਵੇਗਾ ਲਗਭਗ ਮਤਲਬ ਮੋਸਟਲੀ ਮੈंने ਇਸੇ YouTube ਚੈਨਲ ਤੇ ਗਿਲਸ ਮੈਂਟੋਰ ਤੁਹਾਨੂੰ ਮੋਸਟਲੀ ਸਾਰਾ ਕਵਰ ਕਰਾਇਆ ਸੀ। ਤੇ ਜਿਹੜੇ ਬੱਚੇ ਮੇਰੇ ਨਾਲ ਜੁੜੇ ਸੀ, ਜਿਹੜੇ ਬੱਚੇ ਮਤਲਬ ਬੀਕਾਮ ਦੇ ਵੀ ਨਹੀਂ ਸਨ, ਉਹਨਾਂ ਨੂੰ ਵੀ ਬਹੁਤ ਅੱਛਾ ਅਕਾਊਂਟ ਸਮਝ ਆਇਆ ਸੀ। ਮਗਰ ਇਹ ਜਿਹੜਾ ਪੇਪਰ ਹੈ ਇਸ ਵਿੱਚ ਬੀਕਾਮ ਹੀ ਬੈਕਗਰਾਉਂਡ ਮੰਗੀ ਹੈ ਤਾਂ ਮੈਨੂੰ ਸਮਝਾਉਣ 'ਚ ਇੰਨੀ ਔਖੀ ਨਹੀਂ ਹੋਵੇਗੀ। ਜਿਹੜੇ ਬੱਚਿਆਂ ਨੂੰ ਮਤਲਬ ਹਾਲੇ ਤੱਕ ਮਤਲਬ ਰੀਕੋਲ ਕਰਨ 'ਚ ਔਖਾ ਹੋ ਰਿਹਾ ਹੈ ਕਿ ਪਤਾ ਨਹੀਂ ਕਿਸ ਤਰ੍ਹਾਂ ਹੋਏਗਾ, ਮਤਲਬ ਸਾਨੂੰ ਯਾਦ ਨਹੀਂ ਹੈ, ਅਸੀਂ ਗੈਪ ਪੈ ਚੁੱਕਾ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਨਾ। ਨੌਲੇਜ ਕਿੱਥੇ ਵੀ ਨਹੀਂ ਜਾਉਂਦੀ, ਨੌਲੇਜ ਤੁਹਾਡੇ ਅੰਦਰ ਹੀ ਸਮਾਈ ਹੁੰਦੀ ਹੈ। ਬਸ ਕਈ ਵਾਰੀ ਕੀ ਹੁੰਦਾ ਕਿ ਆਪਾਂ ਉਹਦੀ ਪ੍ਰੈਕਟਿਸ ਨਹੀਂ ਕਰਦੇ ਹਾਂ। ਆਪਾਂ ਹੁਣ ਆਪਣੀ ਪ੍ਰੈਕਟਿਸ ਸਟਾਰਟ ਕਰਨ ਜਾ ਰਹੇ ਹਾਂ, ਤੁਹਾਨੂੰ ਹੌਲੀ ਹੌਲੀ ਆਪੇ ਆਪ ਕੌਨਫੀਡੈਂਸ ਆਉਂਦਾ ਜਾਏਗਾ। ਡਨ। ਸੋ ਕੌਨਫੀਡੈਂਟ ਰਹਿਣਾ ਤਾਂ ਆਪਾਂ ਅੱਜ ਸਟ੍ਰੈਟਜੀ ਡਿਸਕਸ ਕਰਾਂਗੇ ਤਾਂ ਸਿਲੇਬਸ ਡਿਸਕਸ ਕਰਾਂਗੇ ਜੋ ਆਫੀਸ਼ੀਅਲੀ ਹਾਲੇ ਫਿਲਹਾਲ ਇਸ ਇਹਨਾਂ ਵੈਬਸਾਈਟ 'ਤੇ ਪਾਇਆ ਨਹੀਂ ਹੈ ਇਹਨਾਂ ਨੇ, ਬਟ ਮੋਸਟਲੀ ਮਤਲਬ ਇਹ ਚੀਜ਼ਾਂ ਤਾਂ ਰਹਿਣਗੀਆਂ ਹੀ ਰਹਿਣਗੀਆਂ, ਇਹਨਾਂ ਤੋਂ ਬਾਹਰ ਨਹੀਂ ਆਏਗਾ। ਤੇ ਜੇ ਕੁਝ ਐਡ ਆਨ ਹੁੰਦਾ ਹੋਏਗਾ ਉਹ ਆਪਾਂ ਇਸ ਵਿੱਚ ਐਡ ਆਨ ਕਰ ਦਾਂਗੇ। ਸ਼ੁਰੂਆਤ ਕਰਦੇ ਹਾਂ। ਦੇਖੋ ਸਿਲੇਬਸ ਜਿਹੜਾ ਮੋਸਟਲੀ ਪਾਰਟ ਹੈ ਉਹ ਫਾਈਨੈਂਸ਼ੀਅਲ ਅਕਾਊਂਟਿੰਗ ਤਾਂ ਰਹੇਗਾ ਹੀ ਰਹੇਗਾ। ਫਾਈਨੈਂਸ਼ੀਅਲ ਅਕਾਊਂਟਿੰਗ ਐਸੀ ਚੀਜ਼ ਹੈ ਜੋ ਮਤਲਬ ਕੋਈ ਵੀ ਨਹੀਂ ਛੱਡਦਾ, ਕੋਈ ਵੀ ਐਗਜ਼ਾਮੀਨਰ ਇਸ 'ਚੋਂ ਕੁਐਸਚਨ ਪਾਏਗਾ ਹੀ ਪਾਏਗਾ। ਹੁਣ ਬੀਕਾਮ ਦੀ ਗੱਲ ਆ ਗਈ, ਕੋਸਟ ਅਕਾਊਂਟਿੰਗ ਵੀ ਆਏਗੀ ਹੈ ਨਾ, ਤੇ ਮੈਨੇਜਮੈਂਟ ਅਕਾਊਂਟਿੰਗ ਵੀ ਆਏਗੀ। ਇਸ ਦੇ ਨਾਲ ਮਤਲਬ ਐਡ ਆਨ ਮੈਂ ਟੌਪਿਕਸ ਵੀ ਨਾਲ ਹੀ ਲਿੱਤੇ ਨੇ, ਤੁਹਾਨੂੰ ਅੱਗੇ ਪਤਾ ਲੱਗ ਜਾਏਗਾ। ਐਡ ਆਨ ਟੌਪਿਕਸ ਵੀ ਨਾਲ ਹੀ ਲਿੱਤੇ ਨੇ ਮੈंने ਕਿ ਉਹ ਵੀ ਕਵਰ ਕੀਤੇ ਨੇ ਤਾਂ ਕਿ ਮਤਲਬ ਜੇ ਬੀਕਾਮ ਲੈਵਲ ਦਾ ਪੁੱਛਿਆ ਜਾ ਰਿਹਾ ਹੈ ਮਗਰ ਪੋਜੀਸ਼ਨ ਕਲਰਕ ਦੀ ਹੈ ਤਾਂ ਆਪਾਂ ਇਸ ਤਰੀਕੇ ਨਾਲ ਚੱਲਣਾ, ਨਾ ਜ਼ਿਆਦਾ ਮਤਲਬ ਡੈਪਥ 'ਚ ਜਾਣਾ ਤੇ ਬਿਲਕੁਲ ਵੀ ਇਕੱਲਾ ਇੰਟਰੋ ਪੜ੍ਹ ਕੇ ਨਹੀਂ ਛੱਡ ਦੇਣਾ ਹੈ ਨਾ। ਉਸਦੀ ਟੌਪਿਕ ਬਾਰੇ ਪੂਰੀ ਜਾਣਕਾਰੀ ਹੋਵੇ ਹੈ ਨਾ, ਮਤਲਬ ਸਮਝ ਆਉਂਦੀ ਹੋਵੇ ਤੇ MCQs ਹੱਲ ਕਰ ਸਕਦੇ ਹੋਈ ਹੈ। ਬਸ ਇੰਨਾ ਹੀ ਆਪਾਂ ਨੇ ਧਿਆਨ 'ਚ ਰੱਖਣਾ ਹੈ ਕਿਉਂਕਿ ਤੁਹਾਨੂੰ ਪਤਾ ਜਦੋਂ ਮੈਂ ਪਟਵਾਰੀ ਕਰਾਉਂਦਾ ਸੀ, ਪਟਵਾਰੀ ਅਕਾਊਂਟਸ ਕਰਾਇਆ ਸੀ, ਲੈਕਚਰ ਲੈਂਦੇ ਸੀ, ਅਗਲੇ ਦਿਨ ਉਹਦੀ ਪ੍ਰੈਕਟਿਸ ਚੱਲਦੀ ਸੀ, ਫਿਰ ਤੀਜਾ ਲੈਕਚਰ ਆਉਂਦਾ ਸੀ, ਫਿਰ ਪ੍ਰੈਕਟਿਸ ਚੱਲਦੀ ਸੀ, ਹਫਤਾ ਹੋ ਜਾਂਦਾ ਸੀ, 50 MCQs ਦੀ ਪ੍ਰੈਕਟਿਸ ਚੱਲਦੀ ਸੀ। ਜੇ ਤੁਹਾਨੂੰ ਨਹੀਂ ਵਿਸ਼ਵਾਸ ਤੁਸੀਂ ਇਸੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਉਸ ਦੇ ਇਸ ਵਿੱਚ ਫਰਕ ਕੀ ਹੋਏਗਾ ਕਿਉਂਕਿ ਉਹ ਸਿਰਫ ਮਤਲਬ 10 ਨੰਬਰ ਮਾਰਕਸ ਆਉਣਾ ਸੀ ਤਾਂ ਉਸ ਹਿਸਾਬ ਸਿਰ ਉਹਦੀ ਤਿਆਰੀ ਕਰਾਈ ਗਈ ਸੀ। ਇਸ ਵਿੱਚ ਬੀਕਾਮ ਲੈਵਲ ਦਾ ਹੈ ਨਾ, ਤੇ ਸਪੈਸ਼ਲੀ ਪੋਜੀਸ਼ਨ ਹੀ ਕਲਰਕ ਅਕਾਊਂਟਸ ਦੀ ਹੈ ਤਾਂ ਇਸ ਨੂੰ ਆਪਾਂ ਨੇ ਥੋੜਾ ਜਿਹਾ ਲੈਵਲ ਲੈ ਕੇ ਚੱਲਣਾ ਹੈ। ਮਤਲਬ ਕੰਸੀਡਰ ਤਾਂ ਆਪਾਂ ਸਿਲੇਬਸ ਕਰਾਂਗੇ ਉਸ ਵਿੱਚ ਵੀ, ਮਗਰ ਇਸ ਨੂੰ ਆਪਾਂ ਪ੍ਰੋਪਰ ਇੱਕ ਰਾਹ ਦੇਣੀ ਹੈ, ਇੱਕ ਦਿਸ਼ਾ ਦੇਣੀ ਹੈ। ਸੋ ਇਹ ਧਿਆਨ 'ਚ ਰੱਖਦੇ ਹੋਏ ਕਿ ਮੈਨੇਜਮੈਂਟ ਅਕਾਊਂਟਿੰਗ 'ਚੋਂ ਵੀ ਕੁਐਸਚਨ ਪੁੱਛੇ ਜਾਣਗੇ, ਕੋਸਟ 'ਚੋਂ ਵੀ, ਫਾਈਨੈਂਸ਼ੀਅਲ 'ਚੋਂ ਵੀ। ਇਸ ਦੇ ਨਾਲ ਐਡ ਆਨ ਟੌਪਿਕਸ ਵੀ ਹੋਣਗੇ ਜੋ ਆਪਾਂ ਸਭ ਤੋਂ ਪਹਿਲੇ ਫਾਈਨੈਂਸ਼ੀਅਲ ਅਕਾਊਂਟਿੰਗ ਦੇਖ ਲਓ। ਇੰਟਰੋਡਕਸ਼ਨ ਦੇਖਣੀ ਹੈ, ਠੀਕ ਹੈ। ਇੰਟਰੋਡਕਸ਼ਨ 'ਚ ਮੀਨਿੰਗ ਸਮਝਾਂਗੇ, ਇਹਦੇ ਕਨਵੈਨਸ਼ਨ ਸਟੈਂਡਰਡ ਸਮਝਾਂਗੇ ਹੈ ਨਾ, ਪ੍ਰੋਪਰਲੀ ਸਮਝਾਂਗੇ ਪੂਰਾ। ਇਹ ਐਸਾ ਨਹੀਂ ਹੈ ਕਿ ਇਸ ਨੂੰ ਕਨਵੈਨਸ਼ਨ ਤੁਸੀਂ ਭੁੱਲ ਜਾਓ ਹੈ ਨਾ। ਇਹ ਕਨਵੈਨਸ਼ਨ ਦੇ ਨਾਲ ਰਿਲੇਟਡ ਕੁਐਸਚਨ ਆ ਜਾਂਦੇ ਆ, ਅਕਾਊਂਟਿੰਗ ਸਟੈਂਡਰਡ ਦੇ ਨਾਲ ਕੁਐਸਚਨ ਆ ਜਾਂਦੇ ਆ। ਮਤਲਬ MCQ ਵਿੱਚ ਮਤਲਬ ਕੀ ਨਾਮ ਹੈ ਤੁਹਾਡੇ ਰੀਕੋਲ ਮਾਈਂਡ ਨੂੰ ਸਟਰੋਂਗ ਕਰਨ ਲਈ ਕਹਿੰਦੇ ਨੇ ਕਿ ਤੁਸੀਂ ਆਪਣੇ ਰੀਕੋਲ ਮਾਈਂਡ ਨੂੰ ਸਟਰੋਂਗ ਕਰੋ ਤਾਂ ਕਿ ਤੁਹਾਨੂੰ ਹੀ ਫਾਇਦਾ ਹੋਏਗਾ। ਤਾਂ ਇਹ ਚੀਜ਼ ਦਾ ਫਾਇਦਾ ਤੁਹਾਨੂੰ ਨਿਕਲ ਕੇ ਸਾਹਮਣੇ ਆਏਗਾ ਹੀ ਆਏਗਾ ਜਦੋਂ ਤੁਹਾਨੂੰ ਮੈਂ MCQ ਦੱਸਾਂਗਾ ਕਿ ਕਿਸ ਤਰ੍ਹਾਂ ਕਰਨਾ ਆਪਾਂ ਨੇ ਹੈ ਨਾ। ਅਕਾਊਂਟਿੰਗ ਕੁਐਸਚਨ ਕਰਾਂਗੇ, ਹਾਲਾਂਕਿ ਆਪਾਂ ਜਨਰਲ 'ਚ ਡੈਬਿਟ ਤੇ ਕ੍ਰੈਡਿਟ ਯੂਜ਼ ਕਰਦੇ ਹਾਂ, ਮਗਰ ਅਕਾਊਂਟਿੰਗ ਕੁਐਸਚਨ ਵੀ ਕਿੱਥੇ ਨਾ ਕੁਐਸਚਨ ਪੁੱਛੇ ਲੈ ਜਾਂਦਾ, ਨੁਮੈਰੀਕਲ ਬੇਸ ਪਾ ਕੇ ਨਾ ਕੁਐਸਚਨ ਪੁੱਛ ਲੈਣਗੇ ਤੁਹਾਡੇ ਤੋਂ। ਉਸ ਤੋਂ ਬਾਅਦ ਜਨਰਲ ਕਰਾਂਗੇ, ਫਿਰ ਲੈਜਰ ਕਰਾਂਗੇ, ਫਿਰ ਸਬਸਿਡਰੀ ਬੁੱਕਸ ਨੋਰਮਲੀ ਸਾਰੀਆਂ, ਪਰਚੇਸ ਬੁੱਕ, ਸੇਲ ਬੁੱਕ ਹੈ ਨਾ, ਕੈਸ਼ ਬੁੱਕ ਹੋ ਗਈ ਆਪਣੀ, ਪਰਚੇਸ ਰਿਟਰਨ, ਸੇਲ ਰਿਟਰਨ। ਉਸ ਤੋਂ ਬਾਅਦ ਟ੍ਰਾਇਲ ਬੈਲੈਂਸ ਹੋ ਗਿਆ, ਬਿੱਲ ਆਫ ਐਕਸਚੇਂਜ ਹੋ ਗਿਆ, ਰੀਕਨਸਾਈਲੇਸ਼ਨ ਆਫ ਅਕਾਊਂਟਸ ਹੋ ਗਿਆ, ਦੈਨ ਉਸ ਤੋਂ ਬਾਅਦ ਡੈਪਰੀਸ਼ੀਏਸ਼ਨ ਹੋ ਗਿਆ, ਤੇ ਇਨ ਦਾ ਲਾਸਟ ਫਾਈਨਲ ਅਕਾਊਂਟਸ ਕਰਾਂਗੇ। ਇਹ ਜਿਹੜੇ ਬੇਸਿਕ ਟੌਪਿਕਸ ਹੈ ਦੈਨ ਇਹ ਤਾਂ ਕਰਨੇ ਹੀ ਕਰਨੇ ਹੈ, ਇਸ ਨੂੰ ਤੁਸੀਂ ਸਕਿਪ ਨਹੀਂ ਕਰਕੇ ਜਾ ਸਕਦੇ, ਸਕਿਪ ਕਰਕੇ ਜਾਣਾ ਹੀ ਨਹੀਂ ਹੈ, ਇਹ ਤਾਂ ਕਰਨਾ ਹੀ ਕਰਨਾ ਹੈ। ਸਮਝ ਰਹੇ ਹੋ ਨਾ, ਇਹ ਤਾਂ ਕਰਕੇ ਜਾਣਾ ਹੈ। ਇਹ ਤਾਂ ਨੋਰਮਲੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਜਿਹੜੇ ਬੱਚੇ ਨੇ ਬੀਕਾਮ ਕੀਤੀ ਹੈ ਉਹ ਇਹ ਬੱਚੇ ਕਰਕੇ ਜਾਣਗੇ। ਜੇ ਤੁਹਾਨੂੰ ਇਹਨਾਂ 'ਚ ਕੋਈ ਵੀ ਮਤਲਬ ਟੌਪਿਕ 'ਚੋਂ ਤੁਸੀਂ ਕੌਨਫੀਡੈਂਟ ਨਹੀਂ ਹੋ ਤਾਂ ਚਿੰਤਾ ਨਹੀਂ ਕਰਨੀ ਹੈਗੀ। ਮੈਂ ਕਹਿ ਰਿਹਾ ਤੁਸੀਂ ਪੜ੍ਹੀ ਹੋਈ ਹੈ ਚੀਜ਼, ਬਸ ਅਸੀਂ ਤੁਹਾਨੂੰ ਮਤਲਬ ਯਾਦ ਕਰਾਉਣ ਵਿੱਚ ਹੈਲਪਫੁਲ ਕਰਾਂਗੇ ਹੈ ਨਾ, ਤੁਹਾਨੂੰ ਤੁਹਾਡੇ ਟੌਪਿਕਸ ਨੂੰ ਪੱਕਾ ਕਰਨ 'ਚ ਹੈਲਪਫੁਲ ਕਰਾਂਗੇ। ਜਿੰਨਾ ਚੀਜ਼ਾਂ ਨੂੰ ਤੁਸੀਂ ਡੇਲੀ ਕਰਦੇ ਜਾਓਗੇ ਉਹਨਾਂ ਤੁਹਾਡਾ ਮਤਲਬ ਸਟਰੋਂਗ ਹੁੰਦੇ ਜਾਓਗੇ, ਤੁਹਾਡਾ ਟੌਪਿਕ ਸਟਰੋਂਗ ਹੁੰਦਾ ਜਾਏਗਾ। ਸੋ ਇਹ ਚੀਜ਼ਾਂ ਆਪਾਂ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਕੋਸਟ ਅਕਾਊਂਟਿੰਗ। ਹੁਣ ਕੋਸਟ ਅਕਾਊਂਟਿੰਗ ਦਾ ਬਜਟਰੀ ਕੰਟਰੋਲ ਆ ਸਕਦਾ, ਕੋਸਟ ਸ਼ੀਟ ਮੋਸਟ ਇੰਪੋਰਟੈਂਟ ਹੈ। ਜਿਵੇਂ ਇਸ ਵਿੱਚ ਲੇਬਰ ਪਾਰਟ ਹੋ ਗਿਆ ਹੈ ਨਾ, ਡਾਇਰੈਕਟ ਲੇਬਰ, ਇਨਡਾਇਰੈਕਟ ਲੇਬਰ, ਓਵਰਹੈਡ ਹੋ ਗਏ, ਡਾਇਰੈਕਟ ਓਵਰਹੈਡ, ਇਨਡਾਇਰੈਕਟ ਓਵਰਹੈਡ ਹੋ ਗਏ ਹੈ ਨਾ। ਉਸ ਤੋਂ ਬਾਅਦ ਪ੍ਰੋਸੈਸ ਕੋਸਟਿੰਗ ਹੋ ਗਿਆ, ਆਪਰੇਸ਼ਨ ਕੋਸਟਿੰਗ। ਇਹਨਾਂ ਨੂੰ ਆਪਣਾ ਕੋਈ ਡੈਪਥ 'ਚ ਨਹੀਂ ਪੜ੍ਹਨਾ ਕਿਉਂਕਿ ਤੁਹਾਡੀ ਕਲਰਕ ਅਕਾਊਂਟ ਦੀ ਪੋਜੀਸ਼ਨ ਹੈ, ਕੁਐਸਚਨ ਨੇ ਡੈਪਥ 'ਚ ਨਹੀਂ ਆਉਣਗੇ, ਮਗਰ ਹਾਂ ਇੱਕ ਲੈਵਲ ਤੱਕ ਤਾਂ ਸਾਨੂੰ ਕਰਨਾ ਹੀ ਹੈ। ਸਮਝ ਗਏ, ਇੱਕ ਲੈਵਲ ਤੱਕ ਕਰਨਾ, ਕਿਉਂਕਿ ਅੱਜ ਦੀ ਜੀਕੇ ਬਹੁਤ ਡੈਪਥ ਜਾ ਰਹੀ ਹੈ ਥੋੜੀ ਹੈ ਨਾ। ਤਾਂ ਜੇ ਕੋਈ ਸਪੈਸ਼ਲ ਸਬਜੈਕਟ ਆਉਂਦਾ ਹੈ ਤਾਂ ਉਸ ਵਿੱਚੋਂ ਐਸਾ ਨਹੀਂ ਹੈ ਕਿ ਨੋਰਮਲੀ ਪੁੱਛ ਲੈਣਗੇ, ਕਿਉਂਕਿ ਜੇ ਕੋਈ ਹੁਣ ਅਕਾਊਂਟਸ ਦਾ ਨਾਮ ਹੈ, ਅਕਾਊਂਟਸ ਦੇ ਨਾਲ ਰਿਲੇਟਡ ਕੁਐਸਚਨ ਜ਼ਿਆਦਾ ਆਉਣਗੇ ਤਾਂ ਐਗਜ਼ਾਮੀਨਰ ਇਹ ਦੇਖ ਕੇ ਨਹੀਂ ਕਰੇਗਾ ਕਿ ਇਸ ਨੂੰ ਬੀਕਾਮ ਨਹੀਂ ਆਉਂਦੀ, ਕਿਉਂਕਿ ਤੁਸੀਂ ਬੀਕਾਮ ਬੈਕਗਰਾਊਂਡ ਦੇ ਹੋ ਤਾਂ ਉਹ ਸਪੈਸ਼ਲ ਕੁਐਸਚਨ ਪੁੱਛੇਗਾ ਹੀ ਪੁੱਛੇਗਾ। ਤਾਂ ਇਸ ਨੂੰ ਤੁਸੀਂ ਹਲਕੇ 'ਚ ਤਾਂ ਲੈਣਾ ਨਹੀਂ ਹੈ, ਮਗਰ ਆਪਣਾ ਨੇ ਕੋਈ CA ਲੈਵਲ ਦਾ ਵੀ ਨਹੀਂ ਕਰਨਾ।
है ना। कोई सीए ਲੈਵਲ ਦਾ ਵੀ ਨਹੀਂ ਕਰਨਾ, ਮਗਰ ਹਾਂ ਅੱਛਾ ਕਰਨਾ। ਤਾਂ ਇਹਨਾਂ ਸਾਰਿਆਂ ਨੂੰ ਆਪਣਾ ਅੱਛੇ ਤਰੀਕੇ ਨਾਲ ਪੜ੍ਹਨਾ। ਹਾਲਾਂਕਿ ਇਹ 'ਚੋਂ ਮੈਨੂੰ ਲੱਗਦਾ ਨੂਮੈਰੀਕਲ ਇੰਨਾ ਬੇਸ ਨਾ ਪੁੱਛਿਆ ਜਾਵੇ, ਘੱਟ ਹੀ ਪੁੱਛਿਆ ਜਾਵੇ ਨੂਮੈਰੀਕਲ ਬੇਸ, ਬਟ ਤਾਂ ਵੀ ਲੈ ਕੇ ਚੱਲਣਾ। ਕਿਉਂਕਿ ਆਪਾਂ ਜਦੋਂ ਹੁਣ ਤੁਹਾਡੇ ਸਾਹਮਣੇ ਕੋਈ ਕੁਐਸਚਨ ਆ ਜਾਵੇ ਨਾ, ਤਾਂ ਉਸ ਟੌਪਿਕ ਦੀ ਮਤਲਬ ਕੀ ਨਾਮ ਹੈ ਸਟਰੋਂਗੈਸਟ ਹੋਣ ਦੀ ਜਿਹੜੀ ਕੀ ਨਾਮ ਹੈ ਪੋਜੀਸ਼ਨ ਹੈ ਨਾ, ਉਹ ਜ਼ਿਆਦਾ ਹੋ ਜਾਂਦੀ ਹੈ। ਸਮਝ ਪਾ ਰਹੇ ਹੋ ਕਿ ਜਦੋਂ ਵੀ ਆਪਾਂ ਕਿਸੇ ਵੀ ਟੌਪਿਕ ਨੂੰ ਪੜ੍ਹਦੇ ਹਾਂ, ਜਦ ਉਹਦਾ ਨੂਮੈਰੀਕਲ ਬੇਸ ਪੜ੍ਹ ਲੈਂਦੇ ਹਾਂ ਨਾ, ਤਾਂ ਉਹ ਉਨਾ ਹੀ ਟੌਪਿਕ ਸਟਰੋਂਗ ਹੋ ਜਾਂਦਾ ਹੈ। ਤੁਹਾਡੇ ਦਿਮਾਗ 'ਚ ਰਹਿੰਦਾ ਅੱਛਾ ਉਹ ਕੁਐਸਚਨ ਦੇ ਮੁਤਾਬਿਕ ਸੀ। ਤਾਂ ਕਦੇ ਵੀ ਕਹਿੰਦੇ ਆ ਜਦੋਂ ਆਪਾਂ ਕੋਈ ਥਿਊਰੀ ਪੜ੍ਹਦੇ ਹਾਂ, ਉਹਦੀ ਆਪਾਂ ਐਪਲੀਕੇਸ਼ਨ ਕਰ ਲਈਏ ਕਿ ਕਿੱਥੇ ਅਪਲਾਈ ਕਰਨਾ ਹੈ, ਤਾਂ ਜਦੋਂ ਉਹ ਦੋਨੋਂ ਚੀਜ਼ਾਂ ਜੁੜ ਜਾਂਦੀਆਂ ਨਾ, ਫਿਰ ਤੁਹਾਡੇ ਮਤਲਬ ਅੰਦਰੋਂ ਉਹ ਟੌਪਿਕ ਜਾ ਹੀ ਨਹੀਂ ਸਕਦਾ, ਮਾਈਂਡ 'ਚੋਂ ਟੌਪਿਕ ਜਾ ਹੀ ਨਹੀਂ ਸਕਦਾ। ਸਮਝ ਗਏ। ਹੁਣ ਉਸ ਤੋਂ ਬਾਅਦ ਅਦਰਸ ਵਿੱਚ ਦੇਖੋ ਮੈਂ ਕਿਹੜੀ ਚੀਜ਼ ਲੈ ਰਿਹਾ, ਪਾਰਟਨਰਸ਼ਿਪ ਫਰਮਸ ਹੋ ਗਈਆਂ, ਕੰਪਨੀ ਲੋ ਹੋ ਗਿਆ। ਇਹ ਮੋਸਟਲੀ ਕੁਐਸਚਨ ਹੈ ਕਿ ਕੰਪਨੀ ਲੋ 'ਚ ਵੀ ਕੁਐਸਚਨ ਪੁੱਛੇ ਜਾਂਦੇ ਆ। ਬੱਚਿਆਂ ਨੂੰ ਨਹੀਂ ਲੱਗਦਾ ਕਿ ਕੰਪਨੀ ਲੋ 'ਚ ਕੁਐਸਚਨ ਪੁੱਛੇ ਜਾਣੇ, ਮਗਰ ਪੁੱਛੇ ਜਾਂਦੇ ਨੇ। ਕਾਰਪੋਰੇਟ ਅਕਾਊਂਟਿੰਗ 'ਚ ਪੁੱਛੇ ਜਾਂਦੇ ਨੇ ਮੋਸਟਲੀ। ਕੈਸ਼ ਫਲੋ ਸਟੇਟਮੈਂਟ ਹੋ ਗਏ, ਫਾਈਨੈਂਸ਼ੀਅਲ ਰੇਸ਼ੀਓ ਹੋ ਗਈ, ਇਸ਼ੂ ਆਫ ਸ਼ੇਅਰਸ ਹੋ ਗਏ। ਇਸੇ ਕੋਈ ਡੈਪਥ 'ਚ ਨਹੀਂ ਕੋਈ ਕੁਐਸਚਨ ਪੁੱਛਣਗੇ, ਮਗਰ ਐਂਟਰੀ ਬੇਸ ਕੁਐਸਚਨ ਪੁੱਛਿਆ ਜਾ ਸਕਦਾ। ਆਡਿਟਿੰਗ ਪ੍ਰੈਕਟਿਸ ਹੋ ਗਈ। ਤੁਹਾਨੂੰ ਲੱਗ ਰਿਹਾ ਹੈਗਾ ਬਹੁਤ ਸਿਲੇਬਸ ਹੈ, ਮਗਰ ਨਹੀਂ। ਜਦ ਤੁਸੀਂ ਰੋਜ਼ ਕੰਟੀਨਿਊ ਸੀਰੀਜ਼ ਕਰੋਗੇ ਨਾ, ਤੁਹਾਨੂੰ ਨਹੀਂ ਔਖਾ ਹੋਏਗਾ, ਇਹ ਮੈਂ ਵਾਅਦਾ ਕਰਦਾ। ਤੁਹਾਡੇ ਨਾਲ MCQs ਕਰਨੇ ਨੇ ਮੈਨੇ। ਅਤੇ ਫਿਰ ਮੈਂ ਇੱਕ ਵੱਲ ਕਹਿ ਦੇਵਾਂ, ਅਸੀਂ ਤੁਹਾਨੂੰ ਪੜ੍ਹਾਉਣਾ ਹੈ, ਅਸੀਂ ਤੁਹਾਨੂੰ MCQs ਕਰਾਉਣੇ ਨੇਗੇ, ਮਗਰ ਇਨ ਦਾ ਐਂਡ ਰਿਵੀਜ਼ਨ ਤੁਹਾਨੂੰ ਕਰਨੀ ਹੈ। ਸਾਡੇ ਇਕੱਲੇ ਪੜ੍ਹਾਉਣ ਨਾਲ ਨਹੀਂ ਫਾਇਦਾ ਹੋ ਜਾਣਾ, ਤੁਹਾਨੂੰ ਰਿਵੀਜ਼ਨ ਕਰਨੀ ਹੈ ਤਾਂ ਫਾਇਦਾ ਹੋਏਗਾ। ਜੇ ਤੁਹਾਨੂੰ ਨਹੀਂ ਵਿਸ਼ਵਾਸ, ਤੁਸੀਂ ਪਟਵਾਰੀ ਅਕਾਊਂਟੈਂਟ ਦੀ ਪਲੇਲਿਸਟ ਖੋਲ੍ਹੋ, ਤਾਂ ਉਸ ਵਿੱਚ ਤੁਸੀਂ ਦੇਖੋ ਉਸ ਵਿੱਚ ਕਿਸ ਤਰ੍ਹਾਂ ਕਰਾਈ ਹੋਈ ਹੈ ਚੀਜ਼। ਹਰੇਕ ਬੱਚੇ ਦਾ ਮੈਨੇ ਰਿਪਲਾਈ ਦਿੱਤਾ ਹੋਇਆ। ਕੋਈ ਵੀ ਉਹਨਾਂ ਨੂੰ ਡਾਊਟ ਆਉਂਦਾ ਸੀ ਨਾ ਰਿਪਲਾਈ ਦਿੰਦਾ ਸੀ। ਹਾਲਾਂਕਿ ਉਹਦੇ ਵਿੱਚ ਤਾਂ BCom ਦੇ ਬੱਚੇ ਤੋਂ ਇਲਾਵਾ ਬਾਕੀ ਬੱਚੇ ਵੀ ਸਨ ਜਿਨ੍ਹਾਂ ਨੇ BA ਕੀਤੀ ਸੀ, ਕਿਉਂਕਿ ਪਟਵਾਰੀ 'ਚ ਕੋਈ ਐਸਾ ਸਪੈਸ਼ਲ ਡਿਗਰੀ ਨਹੀਂ ਰੱਖੀ ਹੋਈ ਸੀ। ਤਾਂ ਉਹਨੂੰ ਵੀ ਆਪਣੇ ਦਿਲ ਲਗਾ ਕੇ ਉਹ ਸੀਰੀਜ਼ ਕੀਤੀ ਸੀ। ਹੁਣ ਤਾਂ ਸਪੈਸ਼ਲੀ ਆਪਾਂ ਸੀਰੀਜ਼ ਹੀ ਉਹਨਾਂ ਬੱਚਿਆਂ ਲਈ ਕਰ ਰਹੇ ਜਿਨ੍ਹਾਂ ਦਾ BCom ਬੈਕਗਰਾਊਂਡ ਹੈ। ਤੁਹਾਨੂੰ ਕੁਝ ਚੀਜ਼ਾਂ ਤਾਂ ਆਲਰੇਡੀ ਸਮਝ ਆ ਜਾਣਗੀਆਂ। ਤੁਸੀਂ ਤਾਂ ਕੁਐਸਚਨ ਵੀ ਉਹ ਪੁੱਛੋਗੇ ਜੋ ਮਤਲਬ ਥੋੜ੍ਹੇ ਐਡਵਾਂਸ ਲੈਵਲ ਦੇ ਜਾਂ ਥੋੜ੍ਹਾ ਅਪਰ ਲੈਵਲ ਦੇ ਹੋਣਗੇ। ਨੋਰਮਲੀ ਕੁਐਸਚਨ ਤੁਹਾਨੂੰ ਵੀ ਪਤਾ ਹੋਣਗੇ, ਬਟ ਕਈਆਂ ਨੂੰ ਉਹ ਵੀ ਮਤਲਬ ਕੌਨਫੀਡੈਂਟ ਨਹੀਂ ਹੁੰਦਾ। ਤਾਂ ਕਿਸੇ ਨੇ ਕੋਈ ਚਿੰਤਾ ਨਹੀਂ ਕਰੀ। ਮੈਂ ਤਾਂ ਇਹ ਸਮਝ ਕੇ ਚੱਲ ਰਿਹਾ ਕਿ ਤੁਹਾਨੂੰ ਕਾਮਰਸ ਆਉਂਦੀ ਹੀ ਨਹੀਂ, ਹੈ ਨਾ। ਮਤਲਬ ਜੇ ਤੁਹਾਨੂੰ ਆਉਂਦੀ ਵੀ ਹੈ ਤਾਂ ਮਤਲਬ ਮੋਸਟਲੀ ਤੁਸੀਂ ਕੀ ਨਾਮ ਹੈ ਜਾਂ ਤਾਂ ਮਾਈਂਡ 'ਚੋਂ ਥੋੜ੍ਹਾ ਜਿਹਾ ਉੱਠ ਚੁੱਕੇ ਹੈ ਕਨਸੈਪਟਸ, ਠੀਕ ਹੈ। ਮਤਲਬ ਉਨੇ ਯਾਦ ਨਹੀਂ ਹੈ ਕਨਸੈਪਟਸ, ਹੋ ਸਕਦਾ ਹੈ। ਇਸ 'ਚ ਕੋਈ ਗਲਤ ਗੱਲ ਨਹੀਂ ਹੈ। ਇਸ 'ਚ ਇਹ ਵੀ ਨਹੀਂ ਹੈ ਕਿ ਤੁਸੀਂ ਕੋਈ ਕਾਬਿਲ ਨਹੀਂ ਹੋ, ਕਾਬਿਲ ਹੋ ਤੁਸੀਂ, ਬਟ ਆਪਾਂ ਨੂੰ ਉਸ ਚੀਜ਼ ਨੂੰ ਸਟਰੋਂਗ ਕਰਨਾ ਹੈ ਨਾ। ਕਈ ਵਾਰੀ ਬੰਦੇ ਦਾ ਗੈਪ ਪੈ ਗਿਆ, 2 ਸਾਲ 3 ਸਾਲ ਦਾ ਗੈਪ ਪੈ ਗਿਆ, ਬੰਦੇ ਨੂੰ ਨਹੀਂ ਯਾਦ ਕੀ ਕੀਤਾ ਸੀ। ਕਿਸੇ ਨਾਲ ਵੀ ਹੋ ਸਕਦਾ, ਮੇਰੇ ਨਾਲ ਵੀ ਹੋ ਸਕਦਾ। ਜੇ ਮੈਨੂੰ ਚੀਜ਼ ਨਹੀਂ ਯਾਦ ਰਹੇਗੀ ਮੈਂ ਕਿਵੇਂ ਯਾਦ ਰੱਖਾਂਗਾ। ਹੁਣ ਜੇ ਮੈਂ ਅਕਾਊਂਟਸ ਦੀ ਜੋਬ ਨਾ ਕਰਦਾ ਹੁੰਦਾ ਤਾਂ ਮੈਨੂੰ ਕਿਵੇਂ ਪਤਾ ਹੁੰਦਾ। ਸਮਝ ਪਾ ਰਹੇ ਹੋ। ਮੈਨੇ ਤਾਂ ਪ੍ਰੈਕਟੀਕਲ ਲਾਈਫ 'ਚ ਅਕਾਊਂਟੈਂਟ ਦੀ ਜੋਬ ਕੀਤੀ ਹੋਈ ਹੈ, ਮੈਨੂੰ ਪਤਾ ਹੈ ਕਿਸ ਚੀਜ਼ ਨਾਲ ਰਿਲੇਟਿਡ ਹੁੰਦੀਆਂ ਚੀਜ਼ਾਂ ਇਹ। ਸੋ ਇਹ ਚੀਜ਼ ਨੂੰ ਬਿਲਕੁਲ ਵੀ ਚਿੰਤਾ ਨਹੀਂ ਕਰਨੀ। ਤਾਂ ਮੈਂ ਤਾਂ ਇਹ ਸਮਝ ਕੇ ਚੱਲਾਂਗੀ ਸ਼ਾਇਦ ਤੁਹਾਨੂੰ ਵੈਸੇ ਕੁਛ ਵੀ ਨਹੀਂ ਯਾਦ, ਤਾਂ ਆਪਾਂ ਜ਼ੀਰੋ ਤੋਂ ਹੀ ਸਟਾਰਟ ਕਰਾਂਗੇ। ਮਗਰ ਜਿਹੜਾ ਆਪਾਂ ਜ਼ੀਰੋ ਤੋਂ ਸਟਾਰਟ ਕਰਾਂਗੇ ਨਾ, ਉਹਨੂੰ ਆਪਾਂ ਜਲਦੀ ਕਵਰ ਕਰਨਾ ਹੈ। ਕਿਉਂਕਿ ਐਸਾ ਨਹੀਂ ਹੈ ਕਿ ਤੁਹਾਨੂੰ ਚੀਜ਼ਾਂ ਸੁਣੀਆਂ ਨਹੀਂ ਹੋਈਆਂ, ਡੈਬਿਟ ਤੁਹਾਨੂੰ ਸੁਣਿਆ ਨਹੀਂ ਹੋਇਆ, ਕ੍ਰੈਡਿਟ ਤੁਹਾਨੂੰ ਸੁਣਿਆ ਨਹੀਂ ਹੋਇਆ। ਤਾਂ ਉਸ ਚੀਜ਼ 'ਤੇ ਮੈਂ ਟਾਈਮ ਘੱਟ ਲਾਵਾਂਗਾ ਅਤੇ ਜਿਹੜੇ ਐਡਵਾਂਸ ਟੌਪਿਕ ਉਸ 'ਤੇ ਜ਼ਿਆਦਾ ਲਗਾਵਾਂਗਾ। ਜਿਹੜੇ ਮੇਨ ਟੌਪਿਕਸ ਹੈ ਨਾ, ਜਿਵੇਂ ਇਹ ਹੋ ਗਏ ਆਪਣੇ, ਜਿਵੇਂ ਆਪਣੇ ਇਸ ਵਿੱਚ ਵੀ ਜਿਹੜੇ ਐਡਵਾਂਸ ਟੌਪਿਕਸ ਹੋਣਗੇ ਉਹਨਾਂ ਉੱਪਰ ਟਾਈਮ ਲਗਾਵਾਂਗਾ। ਜਿਵੇਂ ਬਿੱਲ ਆਫ ਐਕਸਚੇਂਜ 'ਚ ਹੋ ਗਿਆ, ਸਮਝ ਰਹੇ ਹੋ। ਚਲੋ ਹੁਣ ਉਸ ਤੋਂ ਬਾਅਦ ਇੰਟਰੋਡਕਸ਼ਨ। ਹੁਣ ਆਪਾਂ ਇਸੀ ਲੈਕਚਰ ਤੋਂ ਟਾਈਮ ਨਹੀਂ ਵੇਸਟ ਕਰਨਾ। ਇਕੱਲਾ ਮੈਂ ਸਟ੍ਰੈਟੇਜੀ ਬਣਾ ਕੇ ਤੁਹਾਨੂੰ ਪਹਿਲੇ ਲੈਕਚਰ ਪਾਵਾਂ, ਫਿਰ ਕਹਾਂ ਜੀ ਚਲੋ ਹੁਣ ਫਿਰ ਤਿਆਰੀ ਸ਼ੁਰੂ ਕਰਦੇ ਹਾਂ। ਨਾਲ ਦੀ ਨਾਲ ਹੀ ਇੰਟਰੋਡਕਸ਼ਨ ਦੇਖਣੀ ਹੈ। ਅਕਾਊਂਟਿੰਗ ਨੂੰ ਸਮਝਣ ਤੋਂ ਪਹਿਲਾਂ ਤਾਂ ਇੱਕ ਚੀਜ਼ ਤੁਹਾਡੇ ਅੱਖਾਂ 'ਚ ਸਾਹਮਣੇ ਆ ਜਾਣੀ ਚਾਹੀਦੀ ਹੈ। ਤੁਸੀਂ ਇਹਨੂੰ ਨਾ ਪ੍ਰੈਕਟੀਕਲ ਲਾਈਫ ਨਾਲ ਆਪਣੇ ਨਾਲ ਜੋੜ ਲਓ। ਮੈਂ ਤਾਂ ਕਹਿੰਦਾ ਬਿਨਾਂ ਪ੍ਰੈਕਟੀਕਲ ਲਾਈਫ ਜੋੜੇ ਤੁਹਾਡੇ ਨਾਲ ਮਤਲਬ ਕਹਾਣੀ ਨਹੀਂ ਬਣਨੀ। ਤੁਸੀਂ ਇਹ ਸਮਝੋ ਕਿ ਅਕਾਊਂਟਸ ਕਿੱਥੇ ਨਾ ਕਿੱਥੇ ਮੈਂ ਜੇ BCom ਡਿਗਰੀ ਨਾ ਵੀ ਕੀਤੀ ਹੁੰਦੀ ਤਾਂ ਵੀ ਕਰਦਾ। ਮੈਂ ਕਰਦਾ ਨਾ ਕਰਦਾ, ਮੇਰੇ ਜੇਬ 'ਚ ਪੈਸੇ ਤਾਂ ਹੁੰਦੇ ਹੀ ਹੈ। ਜਿਸ ਕੋਲ ਪੈਸੇ ਹੈ, ਠੀਕ ਹੈ, ਉਹ ਅਕਾਊਂਟਿੰਗ ਕਰੇਗਾ ਹੀ ਕਰੇਗਾ। ਹਾਲਾਂਕਿ ਉਹ ਅਲੱਗ ਗੱਲ ਹੈ ਕਿ ਉਹ ਇੰਨਾ ਪ੍ਰੋਫੈਸ਼ਨਲਿਜ਼ਮ ਨਾਲ ਨਹੀਂ ਕਰੇਗਾ, ਮਗਰ ਆਪਣੇ ਤਰੀਕੇ ਨਾਲ ਇੱਕ ਦੇਸੀ ਤਰੀਕਾ ਉਹਦਾ ਹੋਏਗਾ ਹੀ ਹੋਏਗਾ ਅਕਾਊਂਟਿੰਗ ਕਰਨ ਦਾ, ਕਿ ਇੰਨਾ ਖਰਚਾ ਕਰਨਾ, ਇਹ ਸਿਸਟਮ ਕਰਨਾ, ਹੈ ਨਾ। ਇੰਨਾ ਤਾਂ ਰਹੇਗਾ ਹੀ ਰਹੇਗਾ ਕਿ ਹਾਂ ਇੰਨਾ ਕੁ ਖਰਚਾ ਕਰ ਲਾਂਗੇ, ਇੰਨੇ ਪੈਸੇ ਬਚ ਜਾਣਗੇ, ਇੰਨੇ ਆਪਾਂ ਕੱਲ੍ਹ ਹੀ ਬਚਾਵਾਂਗੇ। ਫਿਊਚਰ ਲਈ ਵੀ ਸੋਚਦੇ ਹੋ ਤੁਸੀਂ, ਬਸ ਉਹਦੇ ਨਾਲ ਆਪਣੇ ਦਿਮਾਗ ਨਾਲ ਜੋੜ ਲੈਣਾ। ਅਕਾਊਂਟਿੰਗ ਨੂੰ ਆਪਾਂ ਪ੍ਰੋਪਰ ਡੈਫੀਨੇਸ਼ਨ ਸਮਝਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬੁੱਕ ਕੀਪਿੰਗ ਕੀ ਹੁੰਦਾ। ਕਈ ਵਾਰ ਦਿਮਾਗ 'ਚੋਂ ਬੰਦੇ ਨੇ ਨਿਕਲ ਜਾਂਦਾ ਬੁੱਕ ਕੀਪਿੰਗ ਕੀ ਹੁੰਦਾ। ਬੁੱਕ ਕੀਪਿੰਗ ਨੂੰ ਤੁਸੀਂ ਨਾ ਕੋਈ ਮਤਲਬ ਪ੍ਰੋਪਰ ਡੈਫੀਨੇਸ਼ਨ ਨਾਲ ਯਾਦ ਕਰਨਾ ਬੈਠ ਜਾਣਾ। ਤੁਸੀਂ ਉਹ ਸੋਚੋ ਕਿ ਇੱਕ ਕੋਈ ਕਰਿਆਨੇ ਦਾ ਬੰਦਾ ਹੈ ਅਤੇ ਤੁਸੀਂ ਉਧਾਰ ਲਈ ਜਾਂਦੇ ਹੋ ਮਾਲ, ਅਤੇ ਉਹ ਉਧਾਰ ਮਤਲਬ ਉਹ ਭਾਈ ਜਿਹੜਾ ਹੁੰਦਾ ਨਾ ਤੁਹਾਡੀ ਕਾਪੀ 'ਚ ਲਿਖੀ ਜਾਂਦਾ ਕਿ ਇੰਨਾ ਉਧਾਰ ਮਾਲ ਲੈ ਗਿਆ,
ਤਾਂ ਉਸੇ ਕਾਪੀ 'ਚ ਉਹਨੇ ਇਹ ਵੀ ਲਿਖਿਆ ਕਿ ਮੈਂ ਮਤਲਬ ਆਪਣੇ ਕਰਿਆਨੇ ਦੇ ਸਮਾਨ ਵੇਚਣ ਲਈ ਕਿੱਥੋਂ ਦੀ ਉਧਾਰ ਮੰਗਵਾਇਆ ਵੀ ਹੈ, ਫਿਰ ਉਹਨੂੰ ਪੈਸਾ ਵੀ ਦੇਣਾ ਹੈ, ਫਿਰ ਪਲੱਸ ਮਾਈਨਸ ਕਰੀ ਜਾਂਦਾ ਉਹ ਕਿ ਅੱਛਾ ਇੰਨਾ ਪੈਸਾ ਦੇ ਤਾਂ ਇੰਨਾ ਰਹਿੰਦਾ ਹੈ, ਅੱਛਾ ਇਸ ਗਾਹਕ ਦੇ ਇੰਨੇ ਪੈਸੇ ਆ ਗਏ ਨੇ ਰਹਿ ਗਏ। ਉਹ ਕੀ ਹੋ ਗਿਆ ਸਾਰਾ ਕੁਝ? ਉਹ ਸਾਰੀ ਟ੍ਰਾਂਜੈਕਸ਼ਨ ਨੂੰ ਤਾਂ ਰਿਕਾਰਡ ਕਰ ਰਿਹਾ ਡੇਲੀ ਬੇਸਿਸ ਤੇ। ਤੁਸੀਂ ਕਹੋਗੇ ਬੜੀ ਨੋਰਮਲ ਜੀ ਬੁੱਕ ਹੈ, ਮਗਰ ਇਹ ਧਿਆਨ 'ਚ ਰੱਖਣਾ ਉਹ ਨੋਰਮਲ ਬੁੱਕ ਹੀ ਅੱਗੇ ਜਾ ਕੇ ਬਹੁਤ ਫਾਇਦੇਮੰਦ ਰਹੇਗੀ। ਉਸ ਤੋਂ ਬਿਨਾਂ ਕਾਊਂਟਿੰਗ ਨਹੀਂ ਹੋ ਸਕਦੀ। ਉਹ ਤੁਹਾਡਾ ਮੇਨ ਸੋਰਸ ਹੈ ਤੁਹਾਡੀ ਨੌਲੇਜ ਦਾ। ਤਾਂ ਤਦ ਹੀ ਤੁਸੀਂ ਜਾਣ ਪਾਓਗੇ ਇਹ ਕਿਹੜੀ ਟ੍ਰਾਂਜੈਕਸ਼ਨ ਹੋਈ ਹੈ, ਕਿ ਇਹ ਟ੍ਰਾਂਜੈਕਸ਼ਨ ਉਹਦੇ ਆਪਣੇ ਹੋਲਸੇਲਰ ਨਾਲ ਸੀ, ਇਹ ਟ੍ਰਾਂਜੈਕਸ਼ਨ ਉਹਦੇ ਆਪਣੀ ਗਾਹਕ ਨਾਲ ਸੀ। ਇਹ ਤਾਂ ਅੱਗੋਂ ਤੁਹਾਨੂੰ ਸਟੈਪ ਬਾਈ ਸਟੈਪ ਦੇਖਣਾ ਪਏਗਾ ਨਾ, ਮਗਰ ਉਹਦੇ ਲਈ ਸਾਨੂੰ ਨੌਲੇਜ ਕਿੱਥੋਂ ਮਿਲੇਗੀ? ਉਸੇ ਬੁੱਕ ਤੋਂ ਮਿਲੇਗੀ। ਇਸੇ ਕਰਕੇ ਬੁੱਕ ਕੀਪਿੰਗ ਇੰਪੋਰਟੈਂਟ ਹੁੰਦੀ ਹੈ। ਜੋ ਸਾਡੀਆਂ ਸਾਰੀਆਂ ਅਕਾਊਂਟਸ ਨੂੰ ਆਪਾਂ ਜਿਨ੍ਹਾਂ ਨੂੰ ਰਿਕਾਰਡ ਕਰਦੇ ਉਹਨੂੰ ਹੀ ਆਪਾਂ ਬੁੱਕ ਕੀਪਿੰਗ ਕਹਿੰਦੇ ਹਾਂ। ਉਹ ਪ੍ਰੋਪਰ ਬੁੱਕ, ਇੱਕ ਦੇਸੀ ਬੁੱਕ 10 ਰੁਪਏ ਦੀ, 15 ਰੁਪਏ ਦੀ, 20 ਰੁਪਏ ਦੀ ਜਿਹੜੀ ਬੁੱਕ, ਮੈਂ ਇੱਕ ਸਿੰਪਲ ਲੈਵਲ ਨਾਲ ਜੋੜ ਰਿਹਾ ਇਹਨੂੰ, ਠੀਕ ਹੈ। ਇਹਨੂੰ ਜ਼ਿਆਦਾ ਪ੍ਰੋਫੈਸ਼ਨਲ ਲੈ ਕੇ ਨਹੀਂ ਜਾ ਰਿਹਾ, ਕਿਉਂਕਿ ਤੁਹਾਨੂੰ ਸਿਰਫ MCQs ਹੱਲ ਕਰਨੇ ਨੇ, ਤੁਹਾਨੂੰ ਕਿਸੇ ਆ ਕੇ ਇੰਟਰਵਿਊ ਨਹੀਂ ਦੇਣ ਜਾਣ ਦੇਣੀ, ਠੀਕ ਹੈ। ਇਸ ਤੋਂ ਬਾਅਦ ਤੁਹਾਡਾ ਟਾਈਪਿਸਟ ਦਾ ਐਗਜ਼ਾਮ ਹੋਏਗਾ, ਓਕੇ। ਉਸ ਤੋਂ ਬਾਅਦ ਅਕਾਊਂਟਿੰਗ ਇਹਨੂੰ ਕਵਾਂਗੇ। ਹੁਣ ਆ ਜਾਓ, ਹੁਣ ਜਦੋਂ ਆਪਾਂ ਨੇ ਰਿਕਾਰਡ ਸਾਰੀਆਂ ਟ੍ਰਾਂਜੈਕਸ਼ਨ ਨੂੰ ਆਪਾਂ ਨੇ ਇੱਕ ਕਾਪੀ 'ਤੇ ਰਿਕਾਰਡ ਕਰ ਲਿਆ ਜੀ, ਮਗਰ ਉਹਨੂੰ ਆਇਡੈਂਟੀਫਾਈ ਕਰਨਾ ਕਿਹੜੀ ਟ੍ਰਾਂਜੈਕਸ਼ਨ ਕਿਹੜੀ ਹੈ ਨਾ। ਇਹ ਟ੍ਰਾਂਜੈਕਸ਼ਨ ਕੈਸ਼ ਦੀ ਹੈ, ਇਹ ਟ੍ਰਾਂਜੈਕਸ਼ਨ ਉਧਾਰ ਦੀ ਹੈ। ਅੱਛਾ, ਇਹ ਟ੍ਰਾਂਜੈਕਸ਼ਨ ਇਸ ਕਸਟਮਰ ਰਿਲੇਟਿਡ ਹੈ, ਇਹ ਟ੍ਰਾਂਜੈਕਸ਼ਨ ਮੇਰੇ ਹੋਲਸੇਲਰ ਨਾਲ ਰਿਲੇਟਿਡ ਹੈ, ਇਹ ਟ੍ਰਾਂਜੈਕਸ਼ਨ ਮੇਰੀ ਪਰਚੇਸਿਸ ਨਾਲ ਰਿਲੇਟਿਡ ਹੈ, ਇਹ ਟ੍ਰਾਂਜੈਕਸ਼ਨ ਮੇਰੀ ਸੇਲਸ ਨਾਲ ਰਿਲੇਟਿਡ ਹੈ। ਆਇਡੈਂਟੀਫਾਈ ਕਰਨਾ, ਫਿਰ ਰਿਕਾਰਡ ਕਰਨਾ, ਹੈ ਨਾ। ਰਿਕਾਰਡ ਕਰਨਾ, ਲਿਖੋਗੇ ਉਹਨੂੰ ਰਿਕਾਰਡ ਕਰੋਗੇ, ਫਿਰ ਕਲਾਸੀਫਾਈ ਕਰਨਾ, ਡਿਵਾਈਡ ਕਰਨਾ, ਦੇਖਣਾ ਕਿਸ ਟ੍ਰਾਂਜੈਕਸ਼ਨ ਮੈਂ ਕਿਸ ਵਿੱਚ ਰੱਖਣਾ ਹੈ। ਇਹ ਅਕਾਊਂਟਿੰਗ ਸਿਖਾਉਂਦਾ ਹੈ। ਇਹ ਤੁਹਾਨੂੰ ਬੁੱਕ ਕੀਪਿੰਗ ਨਹੀਂ ਸਿਖਾਏਗਾ। ਬੁੱਕ ਕੀਪਿੰਗ ਤਾਂ ਕੋਈ ਵੀ ਕਰ ਲਏਗਾ, ਕੋਈ 10ਵੀਂ ਪਾਸ ਬੱਚਾ ਵੀ ਉਸ ਬੁੱਕ ਕੀਪਿੰਗ 'ਚ ਰਿਕਾਰਡ ਕਰ ਲਏਗਾ ਟ੍ਰਾਂਜੈਕਸ਼ਨਸ, ਮਗਰ ਉਸ ਨੂੰ ਕਲਾਸੀਫਾਈ ਕਰਨਾ, ਦੇਖਣਾ ਕਿ ਇਹ ਚੀਜ਼, ਇਹ ਅਕਾਊਂਟ ਕਿਹਦੇ ਨਾਲ ਰਿਲੇਟਿਡ ਹੈ। ਹੁਣ ਜੇ ਤੁਹਾਨੂੰ ਖਰਚੇ ਜਿਹੜੇ ਆ, ਤੁਹਾਨੂੰ ਐਂ ਲੱਗੇਗਾ ਸਾਰੇ ਖਰਚੇ ਇੱਕੋ ਤਰ੍ਹਾਂ ਦੇ ਹੁੰਦੇ ਆ ਜੀ, ਐਸਾ ਨਹੀਂ ਹੁੰਦਾ। ਪ੍ਰੋਪਰ ਬਿਜ਼ਨਸ ਵਿੱਚ ਜਦੋਂ ਆਪਾਂ ਕੁਝ ਪਰਚੇਸ ਕਰਦੇ ਹਾਂ, ਕੁਝ ਖਰੀਦਦੇ ਹਾਂ, ਆਪਣੇ ਬਿਜ਼ਨਸ ਲਈ ਖਰੀਦਦੇ ਹਾਂ, ਉਹਦੇ ਖਰਚੇ ਅਲੱਗ ਹੁੰਦੇ ਆ, ਅਤੇ ਜਦੋਂ ਆਪਾਂ ਵੇਚਣ ਜਾਂਦੇ ਉਹਦੇ ਖਰਚੇ ਅਲੱਗ ਹੁੰਦੇ ਆ। ਹੁੰਦੇ ਨਹੀਂ ਹੁੰਦੇ, ਹੈ ਨਾ। ਇਹ ਚੀਜ਼ ਹੁੰਦੀ ਹੈ ਨਹੀਂ ਹੁੰਦੀ, ਮੈਨੂੰ ਦੱਸੋ। ਫਿਰ ਜਦੋਂ ਆਪਾਂ ਜੋ ਚੀਜ਼ ਖਰੀਦੀ ਹੁੰਦੀ ਹੈ ਅਤੇ ਜਦੋਂ ਉਸ ਮੁਤਾਬਿਕ ਜਦੋਂ ਸੇਲ ਕਰਦੇ ਹਾਂ, ਫਿਰ ਉਸ 'ਚੋਂ ਪਰਚੇਸਿਸ ਮਾਈਨਸ ਕਰਦੇ ਹਾਂ, ਫਿਰ ਉਹਦੇ ਪਰਚੇਸਿੰਗ ਨਾਲ ਰਿਲੇਟਡ ਖਰਚੇ ਵੀ ਮਾਈਨਸ ਕਰਦੇ ਹਾਂ, ਫਿਰ ਤੁਹਾਡਾ ਇੱਕ ਮਤਲਬ ਰਫ ਜਾਂ ਗਰੋਸ ਪ੍ਰੋਫਿਟ ਨਿਕਲ ਆਉਂਦਾ। ਫਿਰ ਉਸ ਗਰੋਸ ਪ੍ਰੋਫਿਟ 'ਚੋਂ ਇੰਡਾਇਰੈਕਟ ਟੈਕਸਿਸ ਮਾਈਨਸ ਕਰਦੇ ਹਾਂ, ਫਿਰ ਨੈਟ ਪ੍ਰੋਫਿਟ ਨਿਕਲ ਆਉਂਦਾ। ਹੈ ਨਾ ਫਰਕ ਇਸ ਚੀਜ਼ ਦਾ। ਇਹ ਕੌਣ ਸਿਖਾਏਗਾ ਤੁਹਾਨੂੰ? ਅਕਾਊਂਟਿੰਗ ਸਿਖਾਏਗੀ? ਸਿਖਾਏਗੀ ਨਹੀਂ ਸਿਖਾਏਗੀ? ਜਦੋਂ ਆਇਡੈਂਟੀਫਾਈ ਕਰ ਲੇਗੀ, ਰਿਕਾਰਡ ਕਰ ਲੇਗੀ, ਕਲਾਸੀਫਾਈ ਕਰ ਲੇਗੀ। ਕਲਾਸੀਫਿਕੇਸ਼ਨ ਦਾ ਮਤਲਬ ਤੁਹਾਨੂੰ ਹੌਲੀ ਹੌਲੀ ਸਮਝ ਆਉਂਦਾ ਜਾਏਗਾ। ਹਾਲੇ ਤੁਹਾਨੂੰ ਨਾ ਮਤਲਬ ਵਰਡਿੰਗ ਸਮਝ ਨਹੀਂ ਆਉਣਾ। ਜੋ ਤੁਹਾਨੂੰ ਪ੍ਰੋਪਰ ਅਕਾਊਂਟਸ ਦਿਖਾਵਾਂਗਾ ਤੁਹਾਨੂੰ ਸਮਝ ਆਉਂਦਾ ਜਾਏਗਾ, ਅੱਛਾ ਇਸ ਤਰੀਕੇ ਨਾਲ ਇਹ ਚੀਜ਼ਾਂ ਹੋ ਰਹੀਆਂ। ਫਿਰ ਸਮਰਾਈਜ਼ ਕਰਾਂਗੇ, ਫਿਰ ਇਕੱਠਾ ਕਰਾਂਗੇ, ਫਿਰ ਐਨਾਲਾਈਜ਼ ਕਰਾਂਗੇ। ਇਹ ਜਦੋਂ ਸਾਰੇ ਕੰਮ ਹੋ ਜਾਣਗੇ ਨਾ, ਸਮਰਾਈਜ਼ਿੰਗ ਦਾ ਕੰਮ, ਕਲਾਸੀਫਿਕੇਸ਼ਨ, ਰਿਕਾਰਡਿੰਗ, ਆਇਡੈਂਟੀਫਾਈ, ਇਹ ਜਦੋਂ ਸਾਰੇ ਕੰਮ ਹੋ ਜਾਣਗੇ, ਫਿਰ ਆਪਾਂ ਨੇ ਐਨਾਲਾਈਜ਼ ਕਰਨਾ ਕਿ ਆਪਣਾ ਪ੍ਰੋਫਿਟ ਹੋਇਆ, ਲੋਸ ਹੋਇਆ, ਐਸੈਟ ਵਧੇ ਘਟੇ, ਪਿਛਲੇ ਸਾਲ ਨਾਲੋਂ ਆਪਣਾ ਵਾਧਾ ਹੋਇਆ, ਘਾਟਾ ਹੋਇਆ, ਪਿਛਲੇ ਸਾਲ ਨਾਲੋਂ ਜਿਹੜੀਆਂ ਦੇਣਦਾਰੀਆਂ ਵਧੀਆਂ ਜਾਂ ਘਟੀਆਂ, ਸਮਝ ਕੇ ਫਿਰ ਐਨਾਲਾਈਜ਼ ਕਰਨਾ ਆਪਾਂ ਨੇ। ਜੋ ਇਹ ਕੰਮ ਹੋਣ ਤੋਂ ਬਾਅਦ ਹੀ ਹੋ ਸਕਦਾ। ਫਿਰ ਕਹਿ ਦੇਵਾਂ, ਇਹ ਜਿਹੜੀ ਬੁੱਕ ਕੀਪਿੰਗ ਦਾ ਤੁਸੀਂ ਆਪਾਂ ਇੰਨਾ ਮਾਫ ਕਰਨਾ, ਜਦੋਂ ਆਪਾਂ ਬੁੱਕ ਕੀਪਿੰਗ ਨੂੰ ਲੈ ਕੇ ਚੱਲਦੇ ਹਾਂ ਨਾ, ਜਦੋਂ ਆਪਾਂ ਬੁੱਕ ਕੀਪਿੰਗ ਨੂੰ ਲੈ ਕੇ ਚੱਲਦੇ ਹਾਂ ਤਾਂ ਇਹ ਧਿਆਨ 'ਚ ਰੱਖਣਾ, ਬੁੱਕ ਕੀਪਿੰਗ ਹੀ ਤੁਹਾਡਾ ਸੋਰਸ ਬਣੇਗੀ। ਬੁੱਕ ਕੀਪਿੰਗ ਤੋਂ ਬਿਨਾਂ ਅਕਾਊਂਟਿੰਗ ਕੁਛ ਨਹੀਂ ਹੈ। ਬੁੱਕ ਕੀਪਿੰਗ ਤੋਂ ਬਾਅਦ ਹੀ ਅਕਾਊਂਟਿੰਗ ਸ਼ੁਰੂ ਹੁੰਦੀ ਹੈ। ਇਹ ਧਿਆਨ 'ਚ ਰੱਖ ਲੈਣਾ। ਇਹਦਾ ਪਰਪਸ ਕੀ ਹੈ? ਫਿਰ ਕਹਿ ਦੇਵਾਂ, ਜੇ ਤੁਹਾਨੂੰ ਕਹਿੰਦਾ ਪ੍ਰੋਫਿਟ ਲੋਸ ਕੱਢਣਾ, ਅਕਾਊਂਟਿੰਗ ਦਾ ਪਰਪਸ ਕੀ ਹੋਏਗਾ? ਪ੍ਰੋਫਿਟ ਲੋਸ ਕੱਢਣਾ, ਫਾਈਨੈਂਸ਼ੀਅਲ ਪੋਜੀਸ਼ਨ ਤੈਅ ਕਰਨੀ, ਕਿਆ ਇਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈ, ਕਿੰਨੇ ਐਸੈਟਸ ਹੈ ਇਸ ਕੋਲ, ਇਹ ਦੇਣਦਾਰੀਆਂ 1 ਮਹੀਨੇ 'ਚ ਕਿੰਨੀਆਂ ਦੇ ਪਾ ਰਿਹਾ, 1 ਸਾਲ ਦੇ ਅੰਡਰ ਕਿੰਨੀਆਂ ਦੇ ਪਾ ਰਿਹਾ, ਇਹ ਆਪਣੇ ਲੋਨ ਦੀ ਪੇਮੈਂਟ ਦੇ ਪਾ ਰਿਹਾ ਨਹੀਂ ਦੇ ਪਾ ਰਿਹਾ। ਇਹ ਫਾਈਨੈਂਸ਼ੀਅਲ ਪੋਜੀਸ਼ਨ ਦਿਖਾਉਂਦੀ ਹੈ। ਇਹ ਕਿਉਂ ਦਿਖਾਣੀ ਚਾਹੀਦੀ ਹੈ? ਕਿਉਂਕਿ ਕੱਲ੍ਹ ਨੂੰ ਤੁਹਾਡੇ ਕੋਲ ਕੋਈ ਚੀਜ਼ ਖਰੀਦਣ ਆਏਗਾ, ਕੋਈ ਆਰਡਰ ਕਰਨ ਆਏਗਾ, ਤੁਹਾਡੀ ਕੋਈ ਫੈਕਟਰੀ ਹੈ, ਤੇ ਤੁਹਾਡਾ ਕੋਈ ਐਸਾ ਬਿਜ਼ਨਸ ਜਿਸ ਵਿੱਚ ਤੁਸੀਂ ਮਤਲਬ ਬਹੁਤ ਸਾਰਾ ਮਤਲਬ ਆਰਡਰ 'ਤੇ ਤੁਸੀਂ ਤਿਆਰ ਕਰਦੇ ਹੋ ਸਮਾਨ, ਤੇ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਦੇਖੇਗਾ, ਬੈਲੈਂਸ ਸ਼ੀਟ ਦੇਖੇਗਾ, ਫਾਈਨੈਂਸ਼ੀਅਲ ਸਟੇਟਮੈਂਟ ਦੇਖੇਗਾ। ਉਹ ਦੇਖੇਗਾ ਨਾ ਕਿ ਤੁਸੀਂ ਆਪਣੇ ਲੋਨ ਦੀ ਰਿਕਵਰੀ ਕਰ ਪਾ ਰਹੇ ਹੋ, ਤੁਸੀਂ ਆਪਣੀ ਦੇਣਦਾਰੀ ਦੇ ਪਾ ਰਹੇ ਹੋ। ਕੱਲ੍ਹ ਨੂੰ ਮੈਂ ਤੁਹਾਨੂੰ ਕਹਿਣਾ ਹੈ ਤੁਸੀਂ ਆਰਡਰ ਦਿਓ, ਹੈ ਨਾ, ਤਾਂ ਮਤਲਬ ਤੁਸੀਂ ਟਾਈਮ 'ਤੇ ਪੇਮੈਂਟ ਕਰ ਦੋਗੇ। ਸਮਝ ਪਾ ਰਹੇ ਹੋ ਨਾ? ਇਹ ਚੀਜ਼ ਹੁੰਦੀ ਹੈ। ਉਸ ਤੋਂ ਬਾਅਦ ਟਰੂ ਪ੍ਰੋਫਿਟ ਦੇਖਣਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਮਿਊਨੀਕੇਸ਼ਨ ਦਾ ਰਿਜ਼ਲਟ ਆਫ ਦਾ ਬਿਜ਼ਨਸ ਇੰਟਰਸਟ, ਸਮਝ ਗਏ? ਕਮਿਊਨੀਕੇਟ ਕਰਨਾ, ਕਿਹਦੇ ਨਾਲ ਕਮਿਊਨੀਕੇਟ ਕਰੋਗੇ? ਆਪਣੇ ਮੈਨੇਜਰਸ ਨਾਲ ਕਰੋਗੇ, ਆਪਣੇ ਬਾਹਰ ਦੇ ਕ੍ਰੈਡੀਟਰਸ ਨਾਲ ਕਰੋਗੇ, ਆਪਣੇ ਡੈਟਰਸ ਨਾਲ ਵੀ ਕਰੋਗੇ, ਓਕੇ। ਟੈਕਸ ਪਰਪਸ ਲਈ ਤਾਂ ਯੂਜ਼ ਕਰਦੇ ਹਾਂ। ਹੁਣ ਗਵਰਨਮੈਂਟ ਟੈਕਸ ਲੈਣਾ, ਉਹ ਤੁਹਾਡੀ ਕੀ ਦੇਖੇਗੀ? ਫਾਈਨੈਂਸ਼ੀਅਲ ਸਟੇਟਮੈਂਟ ਹੀ ਤਾਂ ਦੇਖੇਗੀ, ਉਸ ਹਿਸਾਬ ਨਾਲ ਤਾਂ ਤੁਹਾਡਾ ਟੈਕਸ ਤੈਅ ਕਰੇਗੀ, ਓਕੇ।
ਇਹ ਚੀਜ਼ ਹੁੰਦੀ ਹੈ ਸਾਰੀ। ਦੇਖੋ ਜਦੋਂ ਆਪਾਂ ਕਮਿਊਨੀਕੇਸ਼ਨ ਦੀ ਫਾਈਨੈਂਸ਼ੀਅਲ ਰਿਜ਼ਲਟ ਬੜੇ ਇੰਟਰਨਲੀ ਵੀ ਹੋ ਸਕਦੇ, ਐਕਸਟਰਨਲ ਵੀ ਹੋ ਸਕਦੇ। ਮੋਸਟਲੀ ਆਪਾਂ ਜਿਹੜਾ ਆਪਣਾ ਇਹ ਜਿਹੜਾ ਅਕਾਊਂਟਿੰਗ ਹੈ ਇਹਦਾ ਜਿਹੜਾ ਇਨ ਦਾ ਐਂਡ ਰਿਜ਼ਲਟ ਨਿਕਲਦਾ ਉਹ ਆਪਾਂ ਕਿਹਦੇ ਨਾਲ ਕਮਿਊਨੀਕੇਟ ਕਰਦੇ ਹਾਂ, ਬਾਹਰ ਦੇ ਲੋਕਾਂ ਨਾਲ ਕਰਦੇ ਹਾਂ ਜ਼ਿਆਦਾਤਰ, ਮੈਨੇਜਰਸ ਮਤਲਬ ਕ੍ਰੈਡੀਟਰਸ ਨਾਲ, ਹੈ ਨਾ, ਜਿਨ੍ਹਾਂ ਦੀ ਦੇਣਦਾਰੀ ਦੇਣੀਆਂ, ਜਿਨ੍ਹਾਂ ਨੇ ਲੈਣਾ ਉਹਨਾਂ ਨਾਲ ਕਰਦੇ ਹਾਂ ਆਪਾਂ ਕਮਿਊਨੀਕੇਟ, ਬੈਂਕਾਂ ਨਾਲ ਕਰਦੇ ਹਾਂ ਆਪਾਂ ਕਮਿਊਨੀਕੇਟ, ਜਿਹੜੀ ਬਾਹਰਲੀਆਂ ਕੰਪਨੀਆਂ ਆ ਰਹੀਆਂ ਉਹਨਾਂ ਨਾਲ ਕਰਦੇ ਹਾਂ, ਕੋਈ ਕੰਪਨੀ ਆ ਕੇ ਉਹਦੇ ਮਤਲਬ ਪਾਰਟਨਰਸ਼ਿਪ ਕਰਦੀ ਹੈ ਉਹਦੇ ਨਾਲ ਕਰਦੇ ਹਾਂ। ਠੀਕ ਹੈ, ਡਿਸੀਜਨ ਮੇਕਿੰਗ 'ਚ ਹੈਲਪਫੁਲ ਹੁੰਦਾ। ਹੁਣ ਸਾਨੂੰ ਪਤਾ ਇਸ ਸਾਲ ਸਾਡਾ ਪ੍ਰੋਫਿਟ ਕੁਛ ਰਿਹਾ ਨਹੀਂ ਹੈ ਨਾ, ਤਾਂ ਸਾਨੂੰ ਮਤਲਬ ਕਿਵੇਂ ਪਤਾ ਲੱਗਿਆ ਸਾਡਾ ਕੁਝ ਪ੍ਰੋਫਿਟ ਰਿਹਾ? ਜਦੋਂ ਆਪਾਂ ਨੇ ਫਾਈਨੈਂਸ਼ੀਅਲ ਸਟੇਟਮੈਂਟ ਦੇਖੀਆਂ। ਠੀਕ ਹੈ, ਹੁਣ ਉਸ ਤੋਂ ਬਾਅਦ ਮਤਲਬ ਆਪਾਂ ਇਹ ਇੰਸ਼ੋਰ ਕਰਾਂਗੇ ਕਿ ਸਾਡੇ ਐਸੈਟ ਕਿਸ ਤਰ੍ਹਾਂ ਕੰਟਰੋਲ ਹੋਣਗੇ। ਐਸੈਟ ਤਾਂ ਸਮਝਦੇ ਹੋ ਨਾ ਕੀ ਹੁੰਦੇ ਆ, ਇੱਕ ਬਿਜ਼ਨਸ ਲਈ ਐਸੈਟ ਤਾਂ ਹੋਣੇ ਜ਼ਰੂਰੀ ਹੈ, ਉਸ ਤੋਂ ਬਿਨਾਂ ਬਿਜ਼ਨਸ ਕਿਸ ਤਰ੍ਹਾਂ ਕਰੇਗਾ। ਐਸੈਟ ਬੜੇ ਤਰੀਕੇ ਨਾਲ ਹੋ ਸਕਦੇ ਆ, ਹੈ ਨਾ, ਲੌਂਗ ਟਰਮ ਐਸੈਟਸ ਹੋ ਗਏ, ਸ਼ੋਰਟ ਟਰਮ ਐਸੈਟਸ ਹੋ ਗਏ। ਓਕੇ, ਇਹ ਐਸੈਟਸ ਦਾ ਵੀ ਮਤਲਬ ਹੌਲੀ ਹੌਲੀ ਤੁਹਾਨੂੰ ਅੱਗੇ ਸਮਝਾਉਂਦਾ ਜਾਵਾਂਗਾ। ਫਿਊਚਰ ਐਕਟਿਵਿਟੀਜ਼ ਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ, ਜੇ ਦੇਣਦਾਰੀਆਂ ਜ਼ਿਆਦਾ ਹੈ ਤਾਂ ਕਿਸ ਤਰ੍ਹਾਂ ਆਪਾਂ ਨੂੰ ਧਿਆਨ ਰੱਖਣਾ ਕਿ ਆਉਣ ਵਾਲੇ ਟਾਈਮ 'ਚ ਸਾਡੀਆਂ ਦੇਣਦਾਰੀਆਂ ਘਟਣ। ਇੱਕ ਸਿਸਟਮੈਟਿਕ ਰਿਕਾਰਡਿੰਗ ਹੈ ਪ੍ਰੋਪਰ ਕਿ ਅੱਛਾ ਅੱਜ ਦੇ ਬਿਜ਼ਨਸ 'ਚ ਇੰਨੀਆਂ ਦੇਣਦਾਰੀਆਂ ਹੋਈਆਂ, ਇੰਨੀਆਂ ਲੈਣਦਾਰੀਆਂ ਹੋਈਆਂ, ਇਹ ਮਤਲਬ ਟ੍ਰਾਂਜੈਕਸ਼ਨਸ ਹੋਈਆਂ, ਸਾਰਾ ਕੁਝ ਨਿਕਲ ਕੇ ਸਾਹਮਣੇ ਆਇਆ। ਓਕੇ, ਲੋਨ ਕੰਪਲਾਈ ਕਰਕੇ ਚੱਲਣਾ, ਜੋ ਕਾਨੂੰਨ ਕਹਿੰਦਾ ਉਸ ਮੁਤਾਬਿਕ ਚੱਲਣਾ, ਇੱਕ ਅੱਛੀ ਪੋਜੀਸ਼ਨ ਨਿਕਲ ਕੇ ਸਾਹਮਣੇ ਆਉਂਦੀ ਹੈ। ਓਕੇ, ਹੁਣ ਅੱਗੇ ਦੇਖ ਲਓ, ਹੁਣ ਆਪਾਂ ਨੇ ਡੈਫੀਨੇਸ਼ਨ ਪੜ੍ਹ ਲਈ ਅਕਾਊਂਟਿੰਗ ਦੀ ਪ੍ਰੋਪਰ ਕਿ ਕਰਨਾ ਕੀ ਆਪਾਂ ਨੇ। ਠੀਕ ਹੈ, ਹੁਣ ਉਸ ਤੋਂ ਬਾਅਦ ਅੱਗੇ ਦੇਖੋ ਅਕਾਊਂਟੈਂਸੀ ਕੀ ਹੁੰਦੀ ਹੈ। ਸਾਨੂੰ ਤਾਂ ਇਹ ਤਾਂ ਪਤਾ ਲੱਗ ਗਿਆ ਜੀ ਕਿ ਬੁੱਕ ਕੀਪਿੰਗ, ਅਕਾਊਂਟਿੰਗ, ਬਟ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਅਕਾਊਂਟੈਂਸੀ ਤੋਂ ਬਿਨਾਂ ਤੁਸੀਂ ਕੀ ਕਰ ਲਓਗੇ? ਤੁਹਾਨੂੰ ਰੂਲਸ ਰੈਗੂਲੇਸ਼ਨ ਦਾ ਪਤਾ ਹੋਣੇ ਚਾਹੀਦੇ ਆ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਕਲਾਸੀਫਾਈ ਕਰਨਾ, ਆਇਡੈਂਟੀਫਾਈ ਕਰਨਾ, ਰਿਕਾਰਡ ਕਰਨਾ, ਉਹਦੇ ਕੁਝ ਰੂਲਸ ਰੈਗੂਲੇਸ਼ਨ ਤਾਂ ਹੋਣਗੇ। ਉਸ ਰੂਲਸ ਰੈਗੂਲੇਸ਼ਨ ਦੀ ਉਹਨੂੰ ਕੀ ਕਹਿੰਦੇ ਆਪਾਂ? ਅਕਾਊਂਟੈਂਸੀ ਕਹਿੰਦੇ ਆ। ਠੀਕ ਹੈ, ਇਹ ਇਸ ਅਕਾਊਂਟੈਂਸੀ ਵਿੱਚ ਰੂਲਸ ਰੈਗੂਲੇਸ਼ਨ ਹੈ ਜੋ ਹੈਲਪ ਕਰਦੇ ਆ ਕਿ ਆਪਾਂ ਕਿਸ ਤਰ੍ਹਾਂ ਅਕਾਊਂਟਸ ਮੇਨਟੇਨ ਕਰੀਏ। ਠੀਕ ਹੈ, ਇਸ ਵਿੱਚ ਰੂਲਸ ਰੈਗੂਲੇਸ਼ਨ ਬਾਰੇ ਗੱਲ ਆਖੀ ਹੁੰਦੀ ਹੈ। ਤੇ ਇਨ ਦਾ ਐਂਡ ਅਕਾਊਂਟ, ਇੱਕ ਪ੍ਰੋਪਰ ਅਕਾਊਂਟ, ਕੈਸ਼ ਅਕਾਊਂਟ, ਜਿਵੇਂ ਪੈਸੇ ਦਾ ਅਕਾਊਂਟ ਕਿ ਪੈਸੇ ਨਾਲ ਰਿਲੇਟਡ ਕਿਹੜੀ ਟ੍ਰਾਂਜੈਕਸ਼ਨਸ ਹੋਈਆਂ, ਉਹਦਾ ਪ੍ਰੋਪਰ ਅਕਾਊਂਟ ਹੋ ਜਾਏਗਾ। ਓਕੇ, ਸਮਝ ਗਏ? ਚਲੋ ਹੁਣ ਉਸ ਤੋਂ ਬਾਅਦ ਕੁਝ ਫੰਕਸ਼ਨਸ ਦੇਖ ਲੈਂਦੇ ਹਾਂ ਜੋ ਆਪਾਂ ਪੜ੍ਹੇ ਸੀ। ਇਹਦੇ ਕੁਝ ਫੰਕਸ਼ਨਸ ਅਕਾਊਂਟਿੰਗ ਦੇ ਜੋ ਮੇਨ ਹੈ ਆਪਣੇ। ਅਕਾਊਂਟਿੰਗ ਕਰਦਾ ਕੀ ਹੈ? ਮੈਜ਼ਰ ਕਰਦਾ ਤੁਹਾਡੀ ਪਾਸਟ ਪਰਫਾਰਮੈਂਸ ਨੂੰ, ਦੇਖਦਾ ਤੇ ਕਰੰਟ ਫਾਈਨੈਂਸ਼ੀਅਲ ਪੋਜੀਸ਼ਨ ਨਾਲ ਮੈਚ ਕਰਨ ਦੀ ਕੋਸ਼ਿਸ਼ ਕਰਦਾ, ਦੇਖਦਾ ਕਿ ਕੀ ਮਤਲਬ ਬਦਲਾਅ ਆਇਆ, ਤੇ ਇਹ ਵੀ ਦੇਖੇਗਾ ਕਿ ਮਤਲਬ ਅੱਜ ਦੇ ਟਾਈਮ ਵਿੱਚ ਤੁਹਾਡੇ ਪਾਸਟ ਕਰਕੇ ਕਿੰਨਾ ਫਰਕ ਆਇਆ। ਓਕੇ, ਉਸ ਤੋਂ ਬਾਅਦ ਫੋਰਕਾਸਟ ਕਰਨਾ, ਫਿਊਚਰ ਤੁਹਾਡਾ ਕਿਸ ਤਰ੍ਹਾਂ ਦਾ ਰਹੇਗਾ, ਫਿਊਚਰ ਪੋਜੀਸ਼ਨ ਕਿਸ ਤਰ੍ਹਾਂ ਦੀ ਰਹੇਗੀ, ਡਿਸੀਜਨ ਮੇਕਿੰਗ 'ਚ ਹੈਲਪਫੁਲ ਹੋਣਾ। ਓਕੇ, ਜੋ ਤੁਹਾਨੂੰ ਵੱਡੇ ਵੱਡੇ ਡਿਸੀਜਨ ਲੈਣੇ ਆ, ਜੇ ਤੁਹਾਡੇ ਫਾਈਨੈਂਸ਼ੀਅਲ ਸਿਸਟਮ ਸਹੀ ਨਹੀਂ ਆ, ਡਿਸੀਜਨ ਕਿਵੇਂ ਲੈ ਲਓਗੇ ਬਿਜ਼ਨਸ ਦਾ? ਤੁਸੀਂ ਤੁਹਾਡੀਆਂ ਫਾਈਨੈਂਸ਼ੀਅਲ ਸਟੇਟਮੈਂਟ ਹੀ ਨਿਕਲ ਕੇ ਸਾਹਮਣੇ ਆਉਣਗੀਆਂ। ਸੈਲਰੀ ਜਿਵੇਂ ਕੋਵਿਡ ਦਾ ਸਮਾਂ ਆ ਗਿਆ, ਸੈਲਰੀ ਤੁਸੀਂ ਜ਼ਿਆਦਾ ਦੇ ਰਹੇ ਸੀ, ਤੁਹਾਡਾ ਲੋਸ ਜਾ ਰਿਹਾ ਸੀ, ਤੁਹਾਨੂੰ ਲੱਗਾ ਕੋਵਿਡ ਦਾ ਸਮਾਂ ਸੀ, ਸੇਲ ਤਾਂ ਹੋਈ ਨਹੀਂ, ਇਹਨਾਂ ਨੂੰ ਸੈਲਰੀ ਜ਼ਿਆਦਾ ਦੇ ਰਹੇ ਹਾਂ, ਆਪਾਂ ਐਂ ਕਰਦੇ ਹਾਂ ਇਹ 'ਚੋਂ ਅੱਧੇ ਇੰਪਲੋਈਜ਼ ਨੂੰ ਕੱਢ ਦਿੰਦੇ ਹਾਂ, ਅੱਧੇ ਇੰਪਲੋਈਜ਼ ਦੀ ਸੈਲਰੀ ਘਟਾ ਦਿੰਦੇ ਹਾਂ। ਠੀਕ ਹੈ, 50% ਕਰ ਦਿੰਦੇ ਹਾਂ ਤਾਂ ਕਿ ਕੁਛ ਤਾਂ ਪ੍ਰੋਫਿਟ ਨਿਕਲੇ, ਜਾਂ ਕੁਛ ਪ੍ਰੋਫਿਟ ਨਾ ਨਿਕਲੇ ਤਾਂ ਖਰਚੇ ਤਾਂ ਪੂਰੇ ਹੋਣ। ਇਹ ਡਿਸੀਜਨ ਮੇਕਿੰਗ ਹੋ ਗਈ ਨਾ, ਕਿੱਥੋਂ ਪਤਾ ਲੱਗੀ? ਅਕਾਊਂਟਸ ਤੋਂ ਹੀ ਪਤਾ ਲੱਗੀ। ਠੀਕ ਹੈ, ਫਿਰ ਕੰਪੈਰੀਜ਼ਨ ਦੀ ਵੈਲਿਊਏਸ਼ਨ ਕਰਨਾ, ਪਹਿਲੇ ਤਾਂ ਕੰਪੈਰੀਜ਼ਨ ਕਰੋਗੇ ਪਿਛਲੇ ਚੱਲਦੇ ਸਾਲ ਵਿੱਚ ਤੁਹਾਡੀ ਪਰਫਾਰਮੈਂਸ ਕਿਆ ਸੀ, ਇਸ ਸਾਲ ਕਿੰਨੀ ਹੈ। ਸਮਝ ਗਏ? ਉਸ ਤੋਂ ਬਾਅਦ ਕੰਟਰੋਲ ਕਰਨਾ, ਅਕਾਊਂਟਿੰਗ ਤਾਂ ਇਹ ਵੀ ਦੱਸ ਦਿੰਦੀ ਹੈ ਤੁਹਾਡੀ ਵੀਕਨੈਸ ਕੀ ਹੈ। ਹੁਣ ਤੁਸੀਂ ਸਿੱਧੇ ਰਸਤੇ ਪੈ ਜਾਓ, ਜੇ ਨਹੀਂ ਪਾਓਗੇ ਤਾਂ ਕੰਮ ਖਰਾਬ ਹੋ ਜਾਏਗਾ। ਆ ਜਿਹੜੇ ਫालतू ਖਰਚੇ ਕਰ ਰਹੇ ਹੋ ਛੱਡ ਦਿਓ ਇਹਨਾਂ ਨੂੰ। ਸਮਝ ਗਏ? ਇੱਕ ਫੀਡਬੈਕ ਦਿੰਦੀ ਹੈ ਅਕਾਊਂਟਿੰਗ। ਜੇ ਤੁਸੀਂ ਕਿਸੇ ਸੀਏ ਕੋਲੋਂ ਕੰਮ ਕਰਾਉਂਦੇ ਹੋ, ਉਹ ਵੀ ਇੱਕ ਆਪਣੀ ਮਤਲਬ ਆਪਣੀ ਨੌਲੇਜ ਤੁਹਾਡੇ ਸਾਹਮਣੇ ਰੱਖੇਗਾ ਕਿ ਤੁਸੀਂ ਇਸ ਤਰੀਕੇ ਨਾਲ ਚੱਲੋ, ਇਸ ਤਰੀਕੇ ਨਾਲ ਨਾ ਚੱਲੋ, ਹੈ ਨਾ। ਫਿਰ ਤੁਸੀਂ ਕੰਟਰੋਲ ਕਰਕੇ ਰੱਖੋ ਆਪਣੇ 'ਤੇ। ਇਹ ਫालतू ਦੇ ਖਰਚੇ ਕਰਨੇ ਬੰਦ ਕਰੋ, ਬਿਜ਼ਨਸ 'ਚੋਂ ਪੈਸਾ ਕੱਢਣਾ ਬੰਦ ਕਰੋ ਆਪਣੇ ਪਰਸਨਲ ਚੀਜ਼ਾਂ ਲਈ। ਬਾਅਦ 'ਚ ਤੁਹਾਨੂੰ ਦੇਣਦਾਰੀਆਂ ਦੇਣੀਆਂ ਪੈਣਗੀਆਂ, ਕਿਉਂਕਿ ਬਿਜ਼ਨਸ ਇੱਕ ਅਲੱਗ ਚੀਜ਼ ਹੈ, ਪਰਸਨਲ ਅਲੱਗ ਚੀਜ਼ ਹੈ। ਕਦੇ ਵੀ ਤੁਸੀਂ ਬਿਜ਼ਨਸ 'ਚ ਪੈਸਾ ਕੱਢੋਗੇ, ਉਹ ਡਰਾਇੰਗਸ ਕਹਾਈਆਂ ਜਾਣਗੀਆਂ, ਵਾਪਸ ਦੇਣਾ ਹੀ ਦੇਣਾ ਪੈਸਾ। ਠੀਕ ਹੈ, ਗਵਰਨਮੈਂਟ ਦੇ ਰੈਗੂਲੇਸ਼ਨ ਦੇ ਮੁਤਾਬਿਕ। ਅੱਗੇ ਦੇਖੋ, ਇਹ ਸਾਈਕਲ ਦੇ ਮੁਤਾਬਿਕ ਚੱਲਦੇ ਆ ਆਪਾਂ। ਇਸ ਤੋਂ ਪਹਿਲਾਂ ਇਹ ਦੇਖੋ, ਇਹ ਪੂਰੀ ਸਾਈਕਲ ਚੱਲਦੀ ਹੈ ਅਕਾਊਂਟਿੰਗ ਦੀ, ਤੁਹਾਨੂੰ ਪਤਾ ਹੀ ਹੈ ਨਾ। ਪਹਿਲੇ ਤਾਂ ਆਪਾਂ ਟ੍ਰਾਂਜੈਕਸ਼ਨ ਨੂੰ ਆਇਡੈਂਟੀਫਾਈ ਕਰਦੇ ਹਾਂ, ਫਿਰ ਰਿਕਾਰਡ ਕਰਦੇ ਹਾਂ ਜਨਰਲ ਟ੍ਰਾਂਜੈਕਸ਼ਨਸ ਨੂੰ। ਪਹਿਲੇ ਟ੍ਰਾਂਜੈਕਸ਼ਨ ਆਇਡੈਂਟੀਫਾਈ ਕਰ ਲਿਆ, ਫਿਰ ਆਪਣੇ ਰਿਕਾਰਡ ਕਰ ਲਿਆ, ਫਿਰ ਉਹਨੂੰ ਲੈਜਰ 'ਚ ਮੇਨਟੇਨ ਕਰ ਲਿਆ, ਕਿਉਂਕਿ ਇੰਨੀਆਂ ਸਾਰੀ ਟ੍ਰਾਂਜੈਕਸ਼ਨਸ ਹੋ ਜਾਣਗੀਆਂ। ਜਦ ਤੱਕ ਉਹਨੂੰ ਲੈਜਰ 'ਚ ਮੇਨਟੇਨ ਨਹੀਂ ਕਰੋਗੇ ਕਿਵੇਂ ਫਾਇਦਾ ਹੋਏਗਾ? ਲੈਜਰ 'ਚ ਕੀ ਹੁੰਦਾ? ਅਕਾਊਂਟਸ ਹੀ ਹੁੰਦੇ ਆ ਸਾਰੇ, ਡੈਟਰ ਦਾ ਅਕਾਊਂਟ, ਕ੍ਰੈਡੀਟਰ ਦਾ ਅਕਾਊਂਟ, ਸੇਲਸ ਅਕਾਊਂਟ,
परचेज अकाउंट, चलो ਉਹਦੀ ਤਾਂ ਆਪਾਂ ਅਲੱਗ ਬੁੱਕ ਬਣਾ ਲੈਂਦੇ ਸੇਲਸ ਪਰਚੇਜ ਦੀ। ਉਸ ਤੋਂ ਇਲਾਵਾ ਜਿੰਨੇ ਵੀ ਅਕਾਊਂਟਸ ਹੁੰਦੇ ਖਰਚਿਆਂ ਦਾ ਅਕਾਊਂਟ ਹੋ ਗਿਆ, ਕੈਸ਼ ਦਾ ਅਕਾਊਂਟ ਹੋ ਗਿਆ, ਡੈਪਰੀਸੀਏਸ਼ਨ ਅਕਾਊਂਟ ਹੋ ਗਿਆ, ਠੀਕ ਹੈ। ਅਨਐਡਜਸਟਡ ਟਰਾਇਲ ਬੈਲੈਂਸ ਬਣਾਉਂਦੇ ਆਪਾਂ। ਟਰਾਇਲ ਬੈਲੈਂਸ 'ਚ ਕੀ ਦੇਖਦੇ ਆਪਾਂ, ਜੋ ਆਪਾਂ ਨੇ ਇਹਨਾਂ 'ਚ ਲੈਜਰਾਂ 'ਚ ਮਤਲਬ ਪੋਸਟਿੰਗ ਕੀਤੀ ਹੈ, ਕਿਆ ਉਹ ਸਹੀ ਤਰੀਕੇ ਨਾਲ ਪੋਸਟ ਹੋਈ ਹੈ, ਇਹਦੇ ਟੋਟਲ ਮੈਂ ਪੂਰੇ ਆਪਾਂ ਬੈਲੈਂਸ ਕਰਦੇ ਹਾਂ ਆਪਾਂ ਕਿ ਡੈਬਿਟ ਤੇ ਕ੍ਰੈਡਿਟ ਬੈਲੈਂਸ ਹੈਗਾ, ਹੈ ਨਾ। ਫਿਰ ਐਡਜਸਟਡ ਐਂਟਰੀਆਂ, ਕਈ ਐਡਜਸਟਡ ਐਂਟਰੀ ਦਾ ਕੀ ਮਤਲਬ ਹੋ ਗਿਆ, ਕੁਛ ਐਂਟਰੀ ਜਿਹੜੀ ਪਾਰਟ ਹੁੰਦੀਆਂ ਉਹ ਮਤਲਬ ਰਹਿ ਜਾਂਦੀਆਂ, ਕੁਝ ਖਰਚਾ ਹੁੰਦਾ ਜਿਹੜਾ ਮਤਲਬ ਆਪਾਂ ਬਾਅਦ 'ਚ ਵੀ ਕਰਦੇ ਹਾਂ, ਜਾਂ ਕੁਝ ਖਰਚਾ ਜਿਹੜਾ ਸਕਿਪ ਹੋ ਜਾਂਦਾ ਆਪਣਾ, ਜਾਂ ਕੁਝ ਐਸੀ ਟ੍ਰਾਂਜੈਕਸ਼ਨ ਸਕਿਪ ਹੋ ਜਾਂਦੀ ਹੈ, ਉਹਨਾਂ ਨੂੰ ਬਾਅਦ 'ਚ ਐਡਜਸਟ ਕਰਦੇ ਹਾਂ ਆਪਾਂ, ਉਹ ਐਡਜਸਟਡ ਐਂਟਰੀਜ਼ ਹੋਣੀਆਂ। ਫਿਰ ਪ੍ਰੋਪਰ ਐਡਜਸਟਡ ਟਰਾਇਲ ਬੈਲੈਂਸ ਬਣਾਉਂਦੇ ਹਾਂ। ਪਹਿਲੇ ਅਨਐਡਜਸਟਡ ਟਰਾਇਲ ਬੈਲੈਂਸ ਬਣਦਾ, ਫਿਰ ਐਡਜਸਟਡ ਟਰਾਇਲ ਬੈਲੈਂਸ ਬਣਦਾ ਕਿ ਕੁਝ ਚੀਜ਼ਾਂ ਰਹਿ ਗਈਆਂ ਉਹਨਾਂ ਨੂੰ ਆਪਾਂ ਦੇਖ ਲਈਏ। ਫਿਰ ਆਪਾਂ ਪ੍ਰੋਪਰ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਂਦੇ ਹਾਂ, ਪੀਐਲ ਐਂਡ ਅਕਾਊਂਟ, ਬੈਲੈਂਸ ਸ਼ੀਟ, ਕਈਆਂ 'ਚ ਪੀਐਲ ਐਂਡ ਐਪਰੋਪ੍ਰੀਏਸ਼ਨ ਅਕਾਊਂਟ ਵੀ ਬਣਦਾ ਹੈ ਨਾ। ਫਿਰ ਆਪਾਂ ਕਲੋਜ਼ ਕਰਦੇ ਹਾਂ ਆਪਣੀ ਬੁੱਕਸ ਨੂੰ, ਫਿਰ ਨਵਾਂ ਸਾਲ ਫਿਰ ਸਟਾਰਟ ਹੋ ਜਾਂਦਾ। ਅਕਾਊਂਟਿੰਗ ਸਾਈਕਲ ਚੱਲਦਾ ਹੀ ਜਾਂਦਾ, ਇਹ ਨਹੀਂ ਰੁਕਣ ਵਾਲਾ। ਤੁਹਾਡਾ ਬਿਜ਼ਨਸ ਵਿੱਚ ਘਾਟਾ ਹੋਵੇ ਵਾਧਾ ਹੋਵੇ, ਇੰਨੇ ਨਹੀਂ ਰੁਕਣਾ, ਇੰਨੇ ਦਾ ਚੱਲਦਾ ਹੀ ਜਾਣਾ, ਸਮਝ ਗਏ। ਇਹ ਚੀਜ਼ਾਂ ਮੈਂ ਉਰੇ ਦੱਸੀਆਂ। ਹੁਣ ਅਕਾਊਂਟਿੰਗ ਨੂੰ ਕਰਨ ਦੇ, ਜੇ ਮੈਂ ਗੱਲ ਆਖਾਂ, ਮਾਫ ਕਰਨਾ ਉੱਪਰ, ਅਕਾਊਂਟਿੰਗ ਕਰਨ ਦੇ 3 ਤਰੀਕੇ ਹੀ ਸੀ ਆਪਣੇ, ਫਾਈਨੈਂਸ਼ੀਅਲ, ਕੋਸਟ, ਮੈਨੇਜਮੈਂਟ ਅਕਾਊਂਟਿੰਗ। ਮੇਨ ਤਾਂ ਇਹੀ ਹੈ, ਬਾਕੀ ਚੀਜ਼ਾਂ ਇਹਦੇ ਨਾਲ ਰਿਲੇਟਡ ਕਰਦੀਆਂ। ਜਨਰਲ ਦਿਖਦੀ, ਸਬਸਿਡਰੀ ਬੁੱਕਸ ਦਿਖਦੀਆਂ, ਲੈਜਰ ਦਿਖਦਾ, ਟਰਾਇਲ ਬੈਲੈਂਸ ਦਿਖਦਾ, ਫਾਈਨਲ ਅਕਾਊਂਟਸ ਦਿਖਦਾ, ਬੈਲੈਂਸ ਸ਼ੀਟ, ਪੀਐਲ ਐਂਡ ਅਕਾਊਂਟ ਹੋ ਗਿਆ ਫਾਈਨਲ ਅਕਾਊਂਟਸ ਵਿੱਚ। ਇਸ ਵਿੱਚ ਕੋਸਟ ਸ਼ੀਟ ਹੋ ਗਈ, ਮਟੀਰੀਅਲ ਅਕਾਊਂਟ ਹੋ ਗਿਆ, ਲੇਬਰ ਕੋਸਟ ਹੋ ਗਈ, ਅਦਰ ਐਕਸਪੈਂਸਿਸ ਅਕਾਊਂਟ ਹੋ ਗਏ। ਮੈਨੇਜਮੈਂਟ ਅਕਾਊਂਟਿੰਗ ਵਿੱਚ ਤੁਹਾਨੂੰ ਟ੍ਰੈਂਡ ਐਨਾਲਾਈਸਿਸ ਕਰਨਾ ਹੁੰਦਾ ਹੈ, ਰੇਸ਼ੀਓ ਐਨਾਲਾਈਸਿਸ ਕਰਨਾ ਹੁੰਦਾ ਹੈ, ਫੰਡ ਫਲੋ ਸਟੇਟਮੈਂਟ ਐਨਾਲਾਈਸਿਸ ਕਰਨਾ ਹੁੰਦਾ ਹੈ, ਕੈਸ਼ ਫਲੋ ਸਟੇਟਮੈਂਟ ਐਨਾਲਾਈਜ਼ ਕਰਨਾ ਹੁੰਦਾ ਹੈ ਨਾ। ਇਹ ਚੀਜ਼ਾਂ ਆਪਾਂ ਪੜਾਂਗੇ ਇਸ ਵਿੱਚ, ਓਕੇ। ਹੁਣ ਬੇਸਿਕ ਅਕਾਊਂਟਿੰਗ ਟਰਮਸ ਜੋ ਸ਼ਾਇਦ ਤੁਸੀਂ ਕਿਤੇ ਭੁੱਲ ਗਏ ਹੋਵੋ। ਟ੍ਰਾਂਜੈਕਸ਼ਨ ਕੀ ਹੋ ਗਈ, ਕਿ ਕੋਈ ਆਇਆ ਤੁਹਾਡੇ ਕੋਲ, ਸਮਾਨ ਲਿੱਤਾ ਤੇ ਉਹਨੇ ਤੁਹਾਨੂੰ ਪੈਸੇ ਦਿੱਤੇ, ਕੀ ਹੋ ਗਿਆ, ਟ੍ਰਾਂਜੈਕਸ਼ਨ ਹੋ ਗਈ ਨਾ ਟ੍ਰਾਂਜੈਕਸ਼ਨ। ਗੁੱਡਸ ਸਰਵਿਸ ਕੀ ਹੁੰਦੀ ਹੈ, ਗੁੱਡਸ ਕੀ ਹੋ ਗਈਆਂ, ਮਾਲ ਵੇਚਿਆ ਖਰੀਦਿਆ, ਮਾਲ ਜਿਹੜਾ ਹੋ ਗਿਆ ਗੁੱਡਸ ਹੋ ਗਈਆਂ। ਉਹਨੂੰ ਆਪਾਂ ਕੋਈ ਸੇਲਸ ਮਤਲਬ ਉਸਦਾ ਨਾਮ ਨਹੀਂ ਦਿੰਦੇ, ਗਾਰਮੈਂਟਸ ਦਾ ਨਾਮ ਨਹੀਂ ਦਿੰਦੇ, ਉਹਨੂੰ ਆਪਾਂ ਗੁੱਡਸ ਕਹਿੰਦੇ ਹਾਂ। ਇੱਕ ਯੂਨੀਵਰਸਲ ਆਪਾਂ ਨੇ ਡੈਫੀਨੇਸ਼ਨ ਬਣਾ ਲਈ ਹੈ ਗੁੱਡਸ ਦੀ ਅਕਾਊਂਟਸ ਵਿੱਚ, ਹੈ ਨਾ। ਸਰਵਿਸਿਜ਼ ਕੀ ਹੋ ਗਈਆਂ, ਜਿਵੇਂ ਤੁਹਾਨੂੰ ਮਤਲਬ ਬੈਂਕ ਦੀ ਸਰਵਿਸਿਜ਼ ਹੋ ਗਈ, ਬੈਂਕ ਆਪਣੀ ਸਰਵਿਸ ਦਾ ਚਾਰਜ ਲਏਗੀ ਨਹੀਂ ਲਏਗੀ ਤੁਹਾਡੇ ਤੋਂ। ਉਹ ਬਿੱਲ ਆਫ ਚੇਂਜ ਤੁਸੀਂ ਉਸ ਤੋਂ ਕਰਵਾਓਗੇ, ਹੈ ਨਾ, ਬਿੱਲ ਦੀ ਪੇਮੈਂਟ ਤੁਸੀਂ ਉਸ ਤੋਂ ਕਰਾਓਗੇ, ਉਹ ਆਪਣਾ ਚਾਰਜ ਲਏਗਾ ਨਹੀਂ ਲਏਗਾ ਨਾ। ਉਹ ਕੀ ਹੋ ਗਈ, ਸਰਵਿਸ ਚਾਰਜ ਹੀ ਤਾਂ ਹੋ ਗਿਆ। ਪ੍ਰੋਫਿਟ ਹੋ ਗਿਆ। ਮੁਨਾਫਾ ਕਦੋਂ ਹੁੰਦਾ ਤੁਹਾਨੂੰ, ਮੁਨਾਫਾ ਕਦੋਂ ਹੋਏਗਾ ਤੁਹਾਨੂੰ, ਜਦੋਂ ਕੀ ਕਰੋਗੇ, ਗਰੋਸ ਪ੍ਰੋਫਿਟ ਚੋਂ ਇੰਡਾਇਰੈਕਟ ਟੈਕਸਸ ਮਾਈਨਸ ਕਰ ਦੋਗੇ, ਨੈਟ ਪ੍ਰੋਫਿਟ ਆ ਜਾਏਗਾ, ਤੁਹਾਡਾ ਮੁਨਾਫਾ ਹੋ ਜਾਏਗਾ। ਤੁਹਾਨੂੰ ਇਹ ਵੀ ਦੱਸਾਂਗੇ ਗਰੋਸ ਪ੍ਰੋਫਿਟ ਕਿਵੇਂ ਨਿਕਲੇਗਾ, ਹਾਲੇ ਤਾਂ ਆਪਾਂ ਇੰਟਰੋਡਕਸ਼ਨ ਦੇਖ ਰਹੇ ਹਾਂ। ਲੋਸ ਵੀ ਨਿਕਲਦਾ, ਜੋ ਤੁਹਾਡੇ ਖਰਚੇ ਜ਼ਿਆਦਾ ਹੈ ਗਰੋਸ ਪ੍ਰੋਫਿਟ ਨਾਲੋਂ, ਫਿਰ ਲੋਸ ਹੋ ਜਾਏਗਾ। ਐਸੈਟ ਕੀ ਹੈ ਤੁਹਾਡਾ, ਜਿਹਦੇ ਨਾਲ ਤੁਹਾਡਾ ਬਿਜ਼ਨਸ ਚੱਲਦਾ, ਫਰਨੀਚਰ ਐਸੈਟ ਹੈ ਤੁਹਾਡਾ, ਲੈਂਡ ਐਂਡ ਬਿਲਡਿੰਗ ਐਸੈਟ ਹੈ ਤੁਹਾਡਾ, ਪਲਾਂਟ ਮਸ਼ੀਨਰੀ ਤੁਹਾਡਾ ਐਸੈਟ ਹੈ, ਕੈਸ਼ ਵੀ ਐਸੈਟ ਇੱਕ ਤਰੀਕੇ ਦਾ, ਕਰੰਟ ਐਸੈਟ ਹੈ ਮਗਰ ਹੈ ਤਾਂ ਐਸੈਟ ਹੀ ਹੈ, ਠੀਕ ਹੈ। ਦੇਣਦਾਰੀਆਂ ਹੋ ਗਈਆਂ, ਵਰਕਿੰਗ ਕੈਪੀਟਲ ਜਿਹੜੀ ਤੁਹਾਨੂੰ ਰੋਜ਼ ਦੀ ਜ਼ਿੰਦਗੀ ਚਾਹੀਦੀ ਹੈ। ਤੁਹਾਡੇ ਕੋਲ ਭਾਵੇਂ ਕਰੋੜਾਂ ਰੁਪਏ ਪਿਆ ਹੋਵੇ, ਜੇਬ 'ਚ ਪੈਸਾ ਨਹੀਂ ਹੈ ਨਾ ਰੋਜ਼ ਦੇ ਮੁਤਾਬਿਕ, ਤਾਂ ਤੁਸੀਂ ਨਹੀਂ ਹੋ, ਤੁਹਾਡਾ ਅਕਾਊਂਟ ਸਹੀ ਨਹੀਂ ਹੈ। ਤੁਸੀਂ ਭਾਵੇਂ 50,000 ਕਮਾਉਂਦੇ ਹੋਣ, ਜੇਬ 'ਤੇ ਰੋਜ਼ ਡੇਲੀ 'ਚ ਪੈਸਾ ਨਹੀਂ ਹੈ, ਤੁਹਾਡੇ ਕੋਲ ਉਧਾਰੀ ਮੰਗਦੇ ਫਿਰਦੇ ਹੋ, ਉਹ ਕੰਮ ਸਹੀ ਨਹੀਂ ਹੈ। ਇਸ ਕਰਕੇ ਵਰਕਿੰਗ ਕੈਪੀਟਲ ਵੀ ਜ਼ਰੂਰੀ ਹੈ, ਜੋ ਤੁਹਾਡੇ ਰੋਜ਼ ਦੀ ਜ਼ਿੰਦਗੀ ਲਈ ਜ਼ਰੂਰੀ ਹੈ, ਰੋਜ਼ ਦੇ ਖਰਚੇ, ਛੋਟੇ ਛੋਟੇ ਖਰਚਿਆਂ ਲਈ, ਠੀਕ ਹੈ। ਕੁਝ ਕੰਟੀਜੈਂਟ ਲਾਇਬਿਲਿਟੀ ਹੁੰਦੀ ਹੈ, ਮੈਨੂੰ ਦੱਸ ਸਕਦਾ ਕੋਈ ਕੰਟੀਜੈਂਟ ਲਾਇਬਿਲਿਟੀ ਕੀ ਹੁੰਦੀ ਹੈ। ਚਲੋ ਅੱਜ ਦੇ ਲੈਕਚਰ ਵਿੱਚ ਇਹ ਤੁਹਾਡੇ ਲਈ ਹੋਮਵਰਕ, ਕੰਟੀਜੈਂਟ ਲਾਇਬਿਲਿਟੀ ਮੈਨੂੰ ਕਿਸੇ ਨੇ ਦੱਸਣਾ ਹੈ। ਡਰਾਇੰਗਸ ਤੁਹਾਨੂੰ ਮੈਂ ਦੱਸ ਹੀ ਚੁੱਕਾ ਕੀ ਹੁੰਦੀਆਂ, ਠੀਕ ਹੈ। ਜੋ ਬਿਜ਼ਨਸ ਵਿੱਚ ਮਤਲਬ ਆਪਾਂ ਪਰਸਨਲ ਚੀਜ਼ਾਂ ਲਈ ਆਪਾਂ ਖਰਚਾ ਕਰ ਲੈਂਦੇ ਹਾਂ, ਵਾਪਸ ਦੇਣਾ ਹੀ ਪੈਣਾ। ਇਹਦੇ ਆਪਾਂ ਜਦੋਂ ਆਪਾਂ ਕੰਸੈਪਟਸ ਪੜਾਂਗੇ, ਕਨਵੈਨਸ਼ਨਸ ਪੜਾਂਗੇ, ਤੁਹਾਨੂੰ ਸਮਝ ਆ ਜਾਏਗਾ। ਡਾਇਰੈਕਟਰ ਦੇਣ ਦਾ, ਜਿਹਨੇ ਸਾਨੂੰ ਪੈਸਾ ਦੇਣਾ, ਕ੍ਰੈਡੀਟਰ ਲੈਣ ਦਾ, ਜਿਹਨੇ ਸਾਡੇ ਤੋਂ ਪੈਸਾ ਲੈਣਾ। ਅਸੀਂ ਸਾਡੇ ਤੋਂ ਲੈਣਾ, ਠੀਕ ਹੈ, ਬਿਜ਼ਨਸ ਤੋਂ ਲੈਣਾ ਉਹਨੇ ਪੈਸਾ। ਜਦੋਂ ਵੀ ਅਕਾਊਂਟਸ ਪੜ੍ਹਨਾ, ਬਿਜ਼ਨਸ ਨੂੰ ਧਿਆਨ 'ਚ ਰੱਖ ਕੇ ਪੜ੍ਹਨਾ, ਆਪਣਾ ਫਾਇਦਾ ਨਹੀਂ ਦੇਖਣ ਲੱਗ ਜਾਣਾ। ਕੈਪੀਟਲ ਐਕਸਪੈਂਡੀਚਰ ਕੀ ਹੁੰਦਾ, ਐਸਾ ਐਕਸਪੈਂਡੀਚਰ ਜੋ ਆਪਾਂ ਲੌਂਗ ਟਰਮ ਪਰਪਸ ਲਈ ਕਰਦੇ ਹਾਂ, ਐਸਾ ਐਕਸਪੈਂਡੀਚਰ ਜਿਸ ਦਾ ਆਉਣ ਟਾਈਮ ਸਾਨੂੰ ਕੋਈ ਨਾ ਕੋਈ ਪ੍ਰੋਫਿਟ ਨਿਕਲ ਕੇ ਸਾਹਮਣੇ ਆਏਗਾ, ਓਕੇ। ਇਹ ਚੀਜ਼ਾਂ ਆਪਾਂ ਦੇਖਣ ਨੂੰ ਮਿਲਦੀਆਂ। ਤੇ ਅਕਾਊਂਟਿੰਗ ਦਾ ਜਿਹੜਾ ਬੇਸਿਸ ਹੁੰਦਾ ਉਹ 2 ਤਰੀਕੇ ਨਾਲ ਹੁੰਦਾ, ਮਾਫ ਕਰਨਾ, ਅਕਰੂਲ ਬੇਸਿਸ ਤੇ ਕੈਸ਼ ਬੇਸਿਸ। ਦੈਨ ਅਕਰੂਲ ਬੇਸਿਸ ਤੇ ਕੈਸ਼ ਬੇਸਿਸ। ਅਕਰੂਲ ਬੇਸਿਸ ਕੀ ਹੋਏਗਾ, ਅਕਰੂਲ ਬੇਸਿਸ ਤਾਂ ਇਹ ਹੋ ਗਿਆ ਨਾ, ਤੁਸੀਂ ਕਿਹਾ ਭਾਜੀ ਆ ਦੇਖੋ ਤੁਹਾਡੇ ਤੋਂ ਅਸੀਂ ਨਾ ਇੰਨੇ ਆਰਡਰ ਮੰਗਵਾਉਣਾ, ਇੰਨੇ ਆਰਡਰ ਦਾ ਸਮਾਨ ਮੰਗਵਾਉਣਾ, ਤੁਸੀਂ ਥੋੜ੍ਹਾ ਐਡਵਾਂਸ ਲੈ ਲਓ, ਬਾਕੀ ਕੰਮ ਹੋਣ ਤੋਂ ਬਾਅਦ ਹੋ ਗਿਆ। ਇਹ ਕੀ ਹੋ ਗਿਆ, ਅਕਰੂਲ ਬੇਸਿਸ ਹੋ ਗਿਆ। ਕਿ ਮਤਲਬ ਬਿਜ਼ਨਸ ਡੀਲ ਤਾਂ ਹੋਈ ਹੈ ਨਾ, ਕੁਝ ਪੈਸਾ ਤਾਂ ਆਇਆ, ਹਲੇ ਕੁਝ ਆਉਣਾ, ਚਲੋ ਕੋਈ ਗੱਲ ਨਹੀਂ ਆ ਜਾਏਗਾ, ਇਹਨੂੰ ਆਪਾਂ ਅਕਰੂਲ ਬੇਸਿਸ ਕਹਿਤਾ।
ਦੈਨ ਕੋਈ ਟ੍ਰਾਂਜੈਕਸ਼ਨ ਹੋਈ, ਕੁਝ ਹੋਇਆ, ਹਲੇ ਕੁਝ ਉਧਾਰ ਤੇ ਚਲਾ ਗਿਆ ਕੰਮ, ਵਾਪਸ ਬਾਅਦ ਚ ਆਏਗਾ ਪੈਸਾ, ਇਹ ਹੋ ਗਿਆ ਅਕਰੂਲ ਬੇਸ ਤੇ। ਇੱਕ ਸਿੰਪਲ ਜੀ ਚੀਜ਼ ਨਾਲ ਜੋੜ ਰਿਹਾ, ਕੋਈ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਡੈਫੀਨੇਸ਼ਨ ਨਹੀਂ ਦੇ ਰਿਹਾ ਮੈਂ। कैश बेसिस की हो गया, ऑन द स्पॉट पैसा आया, ऑन द स्पॉट पैसा लेता है, ठीक है। कैश बेसिस मेथड इज रिकॉर्डिंग ट्रांजेक्शन बाय द रेवेन्यू कॉस्ट एंड एसेलेबिलिटी रिफ्लेक्टेड इन द अकाउंट्स फॉर द पीरियड इन विच एक्चुअल रिसिप्ट्स एंड एक्चुअल पेमेंट आर मेड। कि जो एक्चुअल रिसिप्ट्स आईयां, एक्चुअल पेमेंट हुई, मगर अक्रूल बेस कहता कोई गल नहीं, पूरा पैसा नहीं आया ना, मगर कुछ ट्रांजेक्शन हुई है, उन्होंने भी कंसीडर करांगे आप, समझ गए। सो ये सी अपनी सारी इंट्रोडक्शन जो आपने समझी है। सो इसनों आप अपने आप नाल रिलेट करते जाना तो समझते जाना है, ठीक है। जे कुछ चीज़ें तुहानूं कोई मतलब एरर लग्या होवे, कुछ ही लग्या होवे तो माफ़ी चाहांगा, तो आने वाले समय तुहानूं होर इंप्रूवमेंट देखने को मिलेगी। सो थैंक यू वेरी मच।